ਜਸ ਟੀਵੀ ਦੇਖ ਰਹੇ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਧਰਮ ਦੇ ਮੁੱਦਿਆਂ ਤੇ ਡਿਬੇਟਸ ਬਹੁਤ ਜ਼ਿਆਦਾ ਹੋ ਰਹੀਆਂ, ਪਰ ਇਸ ਡਿਬੇਟਸ ਦੇ ਵਿਚਾਲੇ ਜੋ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਤੇ ਡਿਬੇਟਸ ਵੱਧ ਜਾਣ ਤਾਂ ਫਿਰ ਸਵਾਲ ਬਹੁਤ ਸਾਰੇ ਹੈ। ਸਵਾਲ ਇਸ ਕਰਕੇ ਹੈ ਕਿਉਂਕਿ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਹਲਫਨਾਮਾ ਦਾਖਲ ਕੀਤਾ ਜਾਂਦਾ, ਉਸ ਤੋਂ ਬਾਅਦ ਇਹ ਬਹਿਸਾਂ ਹੋਰ ਵੱਡੀਆਂ ਹੋ ਗਈਆਂ। ਇਸ ਤੋਂ ਪਹਿਲਾਂ ਸਿੱਖਾਂ ਦੀ ਘਟਦੀ ਆਬਾਦੀ ਤੇ ਚਿੰਤਾ ਜਤਾਈ ਜਾਂਦੀ ਹੈ, ਉਹ ਡਿਬੇਟਸ ਵੀ ਸਾਡੇ ਸਾਹਮਣੇ ਪਈ ਹੈ। ਉਹਦਾ ਵਿਸ਼ਾ ਵਸਤੂ ਕੀ ਹੈ, ਆਬਾਦੀ ਘਟੀ ਹੈ ਜਾਂ ਉਸਦੇ ਹੋਰ ਕੋਈ ਕਾਰਨ ਹੈ ਕਿ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਾਕੀ ਧਰਮਾਂ ਦੇ ਮੁੱਦਿਆਂ ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰਿਆਂ ਦੀ ਗੱਲ ਹੋ ਰਹੀ ਹੈ ਕਿ ਧਰਮ ਪਰਿਵਰਤਨ ਜਬਰੀ ਕਰਵਾਇਆ ਜਾ ਰਿਹਾ, ਕਿ ਜਿਹੜਾ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਹੈਗਾ। ਇਹ ਚਿੰਤਾ ਜਤਾਈ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਵੱਖਰਾ ਤੇ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ। ਇਹੋ ਜਿਹੀਆਂ ਬਹਿਸਾਂ ਦੀ ਲੋੜ ਕਿਉਂ ਪੈ ਰਹੀ ਹੈ, ਇਹ ਸਵਾਲ ਸਾਡੇ ਸਾਹਮਣੇ ਪਿਆ। ਇਸ ਲਈ ਪੁੱਛ ਰਹੇ ਹਾਂ, ਜਬਰੀ ਧਰਮ ਪਰਿਵਰਤਨ ਪਿੱਛੇ ਕਿਸ ਦਾ ਕੀ ਹੈ ਏਜੰਡਾ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਇਹ ਹੈ ਕਿ ਦੇਸ਼ 'ਚ ਜਬਰੀ ਧਰਮ ਪਰਿਵਰਤਨ ਤੇ ਆਏ ਦਿਨ ਬਹਿਸ ਵੱਡੀ ਕਿਉਂ ਹੁੰਦੀ ਜਾ ਰਹੀ ਹੈ। ਇਸੇ ਸਵਾਲ ਤੇ ਬਹਿਸ ਹੋ ਗਈ। ਜਿਹੜਾ ਪੈਨਲ ਸਾਡੇ ਨਾਲ ਹੈ ਉਹ ਤੁਹਾਡਾ ਤਾਰਫ ਕਰਾ ਰਹੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰ ਦੇਵਾਂਗੇ। ਰਜਿੰਦਰ ਸਿੰਘ ਖਾਲਸਾ ਸਿੱਖ ਬੁੱਧੀਜੀਵੀ ਨੇ, ਸਿੱਖ ਪ੍ਰਚਾਰਕ ਨੇ, ਤੇ ਰਜਿੰਦਰ ਸਿੰਘ ਖਾਲਸਾ ਹਰੀ ਇਹਨਾਂ ਮੁੱਦਿਆਂ ਤੇ ਬਹੁਤ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਆ। ਸ਼੍ਰੋਮਣੀ ਖਾਲਸਾ ਪੰਚਾਇਤ ਦੇ ਇਹ ਮੁਖੀ ਨੇ ਤੇ ਰਜਿੰਦਰ ਸਿੰਘ ਖਾਲਸਾ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹ ਤੇ ਬਹਿਸ ਆ ਜਿਹੜੀ ਵੱਡੀ ਕਿਉਂ ਕੀਤੀ ਜਾ ਰਹੀ ਹੈ। ਖਾਲਸਾ ਜੀ ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਲੋਕੇਸ਼ ਨਾਰਾਇਣ ਬੀਜੇਪੀ ਦੇ ਸਪੋਕਸਪਰਸਨ ਹੈ, ਇਹਨਾਂ ਨੂੰ ਵੀ ਇਸ ਮੁੱਦਿਆਂ ਬਾਰੇ ਬਹੁਤ ਕੁਝ ਪਤਾ ਤੇ ਜਦੋਂ ਇਹਨਾਂ ਦੀ ਪਾਰਟੀ ਦੀ ਗੱਲ ਹੁੰਦੀ ਹੈ ਤਾਂ ਇਹ ਮੁੱਦਾ ਇਹਨਾਂ ਦੀ ਪਾਰਟੀ ਦੇ ਸਵਾਲਾਂ ਦੇ ਵਿਚਾਲੇ ਬਹੁਤ ਵੱਡਾ ਹੋ ਜਾਂਦਾ, ਕਿਉਂਕਿ ਇਹਨਾਂ ਦੇ ਪਾਰਟੀ ਦੇ ਉਹ ਆਗੂ ਨੇ ਤੇ ਵਕੀਲ ਨੇ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਤੇ ਪਟੀਸ਼ਨ ਪਾਈ ਹੋਈ ਹੈ। ਅਸ਼ਵਨੀ ਉਪਾਧਿਆਏ ਦੀ ਮੈਂ ਗੱਲ ਕਰ ਰਿਹਾ। ਲੋਕੇਸ਼ ਨਾਰਾਇਣ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਸਪੋਕਸਪਰਸਨ ਹੈ, ਇਹ ਖੁਦ ਵੀ ਵਕੀਲ ਨੇ ਤੇ ਇਹਨਾਂ ਨੂੰ ਵੀ ਇਸ ਮੁੱਦੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈਗਾ ਤੇ ਇਹ ਲਗਾਤਾਰ ਭਾਰਤ ਜੋੜੋ ਯਾਤਰਾ ਦੇ ਦਰਮਿਆਨ ਵੀ ਇਹਨਾਂ ਦੇ ਲੀਡਰ ਸਵਾਲ ਚੁੱਕਦੇ ਪਏ ਆ ਕਿ ਇਹ ਮੁੱਦਾ ਜਾਣਬੁੱਝ ਕੇ ਛੇੜਿਆ ਜਾ ਰਿਹਾ। ਹੁਣ ਅੱਜ ਇਹਨਾਂ ਦਾ ਸਟੈਂਡ ਕਿਉਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਪਰਮਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਹੈ, ਇਹ ਵੀ ਖੁਦ ਵਕੀਲ ਨੇ ਤੇ ਇਹਨਾਂ ਦੀ ਪਾਰਟੀ ਵੱਲੋਂ ਵੀ ਆਵਾਜ਼ਾਂ ਆ ਰਹੀਆਂ ਕਿ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਤੇ ਜਥੇਦਾਰ ਸਾਹਿਬ ਨੇ ਵੀ ਚਿੰਤਾ ਜਤਾਈ ਹੈ। ਤੇ ਜਦੋਂ ਜਥੇਦਾਰ ਸਾਹਿਬ ਚਿੰਤਾ ਜਤਾਉਣ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਸ ਨੂੰ ਅੰਕੜਿਆਂ ਦੇ ਸਹਿਤ ਦੱਸਣ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਇਸ ਡਿਬੇਟ ਵਿੱਚ ਲਾਜ਼ਮੀ ਹੈ। ਪਰਮਵੀਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਲੋਕੇਸ਼ ਨਾਰਾਇਣ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਲੋਕੇਸ਼ ਨਾਰਾਇਣ ਸਾਹਿਬ, ਇਹ ਐਫੀਡੇਵਿਟ ਦਾਖਲ ਕਰਕੇ ਤੁਸੀਂ ਕੀ ਚਾਹੁੰਦੇ ਹੋ ਕਿ ਵੱਖਰਾ ਕਾਨੂੰਨ ਬਣਾਇਆ ਜਾਣਾ ਚਾਹੀਦਾ, ਕਿਉਂ ਜ਼ਰੂਰਤ ਪੈ ਰਹੀ ਹੈ? ਦੇਖੋ ਕੇਪੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਆਪਣੇ ਚੈਨਲ ਦੇ ਦਰਸ਼ਕ ਨੇ ਉਹਨਾਂ ਨੂੰ ਡਿਬੇਟ ਤੋਂ ਪਹਿਲਾਂ ਇੱਕ ਖਾਲੀ ਕੁਰਸੀ ਲਾ ਕੇ ਜ਼ਰੂਰ ਦੱਸ ਦਿਆ ਕਰੋ ਕਿ ਆਮ ਆਦਮੀ ਪਾਰਟੀ ਇਸ ਦੀ ਪਾਰਟਿਸਪੈਂਟ ਨਹੀਂ ਆ। ਤੁਸੀਂ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੁਹਾਡੇ ਬੁਲਾਉਣ ਦੇ ਬਾਵਜੂਦ ਵੀ ਨਹੀਂ ਆਏ, ਕਿਉਂਕਿ ਨਹੀਂ ਤਾਂ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਡਿਬੇਟ ਤੇ ਇਨਵਾਈਟ ਹੀ ਨਹੀਂ ਕੀਤਾ ਗਿਆ। ਨਹੀਂ ਚਲੋ ਤੁਹਾਡੀ ਮੰਗ ਜਾਇਜ਼ ਹੈ ਲੋਕੇਸ਼ ਨਾਰਾਇਣ ਸਾਹਿਬ, ਉਹ ਨਹੀਂ ਆਏ, ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ। ਤੁਸੀਂ ਠੀਕ ਕਹਿ ਰਹੇ ਹੋ ਲੋਕੇਸ਼ ਨਾਰਾਇਣ ਸਾਹਿਬ। ਨਹੀਂ, ਪਰ ਡਿਬੇਟ ਤੋਂ ਪਹਿਲਾਂ ਜਾਂ ਇੱਕ ਖਾਲੀ ਬਣਾ ਕੇ ਕਾਲਮ ਵੀ ਇਹ ਉਹਨਾਂ ਦੀ ਖਾਲੀ ਕੁਰਸੀ ਆ ਵੀ ਉਹਨਾਂ ਨੇ ਆਉਣ ਤੋਂ ਮਨਾ ਕਰਤਾ ਜਾਂ ਕੁਝ ਵੀ ਜੋ ਵੀ ਤੁਸੀਂ ਉਹ ਤੇ ਵਾਜਬ ਕਹਿਣਾ ਚਾਹੋ, ਪਰ ਇੱਕ ਪੰਜਾਬ ਦੀ ਜਨਤਾ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਉਹ ਆਮ ਆਦਮੀ ਪਾਰਟੀ ਵਾਲੇ ਕਿਸੇ ਵੀ ਮੁੱਦੇ ਲਈ ਕਿੰਨੇ ਸਿੰਸੀਅਰ ਨੇ। ਚਲੋ ਤੁਹਾਡੀ ਮੰਗ ਤੇ ਗੌਰ ਕੀਤਾ ਜਾਊਗਾ ਲੋਕੇਸ਼ ਨਾਰਾਇਣ ਸਾਹਿਬ। ਦੇਖੋ ਜਿਹੜਾ ਤੁਹਾਡਾ ਅੱਜ ਦਾ ਵਿਸ਼ੇ ਹੈ ਨਾ, ਇਕਬਾਲ ਸਿੰਘ ਲਾਲਪੁਰਾ ਜੀ ਨੇ ਕੱਲ ਕਿਹਾ ਤੇ ਉਹਨਾਂ ਦੇ ਇੱਕ ਫੈਕਟਸ ਦੇ ਨਾਲ ਇਹ ਚੀਜ਼ਾਂ ਦੱਸੀਆਂ ਨੇ ਕਿ ਇਹਦੇ ਤੇ ਕੁਝ ਜਬਰੀ ਧਰਮ ਪਰਿਵਰਤਨ ਹੋ ਰਿਹਾ ਔਰ ਇਹ ਆਪਣੇ ਲਈ ਸਮਾਜ ਦੇ ਲਈ ਬੜੀ ਚਿੰਤਾ ਦੀ ਗੱਲ ਹੈ। ਜਿਸ ਵੀ ਧਰਮ ਦੇ ਵਿੱਚੋਂ ਕਨਵਰਸ਼ਨ ਹੋ ਰਹੀ ਹੈ, ਉਸ ਧਰਮ ਦੇ ਜਿਹੜੇ ਸਿੱਖਿਆ ਦੇਣ ਵਾਲੇ ਨੇ, ਜਿਹੜੇ ਉਸ ਧਰਮ ਨੂੰ ਅੱਗੇ ਵਧਾਉਣ ਵਾਲੇ ਨੇ, ਉਹਨਾਂ ਦੀ ਬੜੀ ਚਿੰਤਾ ਦਾ ਵਿਸ਼ੇ ਹੈ। ਦੇਖੋ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮੈਟਰ ਹੈ ਉਹ ਸਬ ਜੁਡਿਸ ਹੈ, ਉਹਦੇ ਤੇ ਮੈਂ ਪਾਰਟੀ ਦਾ ਕੋਈ ਸਟੈਂਡ ਨਹੀਂ ਹੈ ਦੇਈ ਕਲੀਅਰ ਕਰਨਾ, ਕਿਉਂਕਿ ਸੁਪਰੀਮ ਕੋਰਟ ਦੀਆਂ ਓਰਲ ਆਬਜ਼ਰਵੇਸ਼ਨਸ ਨੇ ਕਿ ਜਿੱਥੇ ਮੈਟਰ ਸਬ ਜੁਡਿਸ ਹੈ ਉੱਥੇ ਕੋਈ ਵੀ ਉਹ ਡਿਬੇਟ ਦਾ ਪਾਰਟ ਨਹੀਂ ਹੋਣਾ। ਜਦੋਂ ਵਕੀਲ ਨੇ ਤੇ ਖੁਦ ਤੁਹਾਡੇ ਲੀਡਰ ਹੈ ਤੇ ਉਹ ਓਪਨਲੀ ਬੋਲਦੇ ਪਏ, ਤੁਹਾਨੂੰ ਬੋਲਣ 'ਚ ਕੀ ਦਿੱਕਤ ਹੈ ਲੋਕੇਸ਼ ਨਾਰਾਇਣ ਸਾਹਿਬ? ਦੇਖੋ ਇੱਕ ਪ੍ਰਾਈਵੇਟ ਬੰਦਾ ਬੋਲ ਰਿਹਾ ਔਰ ਮੈਨੂੰ ਜੋ ਸੁਪਰੀਮ ਕੋਰਟ ਦੇ ਆਰਡਰਸ ਪਤਾ ਨਹੀਂ, ਮੈਂ ਉਹਦੀ ਲਾਈਟ ਦੇ ਵਿੱਚ ਗੱਲ ਕਰ ਰਿਹਾ ਕਿ ਜਿਹੜਾ ਸੁਪਰੀਮ ਕੋਰਟ 'ਚ ਮੈਟਰ ਸਬ ਜੁਡਿਸ ਹੈ ਉਹਦੇ ਤੇ ਕੁਝ ਨਹੀਂ ਕਰਨਾ। ਹਾਂ, ਜੇ ਕੇਂਦਰ ਸਰਕਾਰ ਕਿਸੇ ਵੇਲੇ ਚਾਹੇਗੀ ਤੇ ਕੇਂਦਰ ਸਰਕਾਰ ਨੂੰ ਲੱਗੇਗਾ ਕਿ ਇਹਦੇ ਤੇ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਇਕੱਲੀ ਇੱਕ ਸਟੇਟ ਦੀ ਸਮੱਸਿਆ ਨਹੀਂ ਹੈ ਤੇ ਉਹਦੇ ਤੇ ਕਾਨੂੰਨ ਬਣਨਾ ਚਾਹੀਦਾ ਹੈ। ਕੇਂਦਰ ਸਰਕਾਰ ਜੋ ਉਹਦੇ ਤੇ ਨਿਰਣੇ ਲਏਗੀ ਸਮਾਜ ਦੇ ਸਾਰੇ ਹਿੱਤਾਂ ਦਾ ਧਿਆਨ ਰੱਖ ਕੇ ਲਏਗੀ। ਬੀਜੇਪੀ ਡਿਮਾਂਡ ਕਰਦੀ ਹੈ ਕਿ ਕੇਂਦਰ ਸਰਕਾਰ ਕਾਨੂੰਨ ਬਣਾਵੇ। ਦੇਖੋ ਮੈਂ ਫਿਰ ਉਹੀ ਗੱਲ ਕਹਿ ਰਿਹਾ
ਜਿਹੜਾ ਮੈਟਰ ਸਬ ਜੁਡਿਸ ਆ ਉਹਦੇ ਤੇ ਕੁਝ ਵੀ ਕਹਿਣਾ, ਜਦ ਹਲਫਨਾਮਾ ਕੋਰਟ ਦੇ ਵਿੱਚ ਜਾ ਚੁੱਕਾ ਤਾਂ ਪਬਲਿਕ ਡੋਮੇਨ ਦੇ ਵਿੱਚ ਹੈ। ਮੈਂ ਉਹ ਹਲਫਨਾਮਾ ਨਹੀਂ ਦੇਖਿਆ ਤੇ ਮੈਂ ਇਸ ਲਈ ਉਹਦੇ ਫਿਰ ਆਪਾਂ ਡਿਬੇਟ ਨਾ ਕਰੀਏ ਲੋਕੇਸ਼ਨਰ ਸਾਹਿਬ, ਤੁਸੀਂ ਸਾਨੂੰ ਵੀ ਗਾਈਡ ਕਰ ਦਿਓ ਥੋੜਾ ਜਿਹਾ, ਸਾਨੂੰ ਨਹੀਂ ਪਤਾ ਕੋਰਟ ਦੀਆਂ ਪ੍ਰੋਸੀਡਿੰਗਸ ਬਾਰੇ। ਵੀ ਤੁਹਾਡੇ ਕੋਲ ਖੜਿਆਲ ਸਾਹਿਬ ਬੈਠੇ ਨੇ, ਸਨੀ ਜੀ ਬੈਠੇ ਨੇ, ਤੁਸੀਂ ਖੁਦ ਹੀ ਵਕੀਲ ਹੋ ਲੋਕੇਸ਼ਨਰ ਸਾਹਿਬ, ਤੁਸੀਂ ਦੱਸ ਦਿਓ ਨਾ ਸਾਨੂੰ, ਅਸੀਂ ਡਿਬੇਟ ਕਰੀਏ ਕਿ ਨਾ ਕਰੀਏ। ਫਿਰ ਦੇਖੋ ਮੈਨੂੰ ਜਿੰਨੀ ਨੌਲੇਜ ਹੈ ਮੈਂ ਤੁਹਾਨੂੰ ਉਹੀ ਦੱਸਦਾ, ਜਿਹੜਾ ਮੈਟਰ ਸੁਪਰੀਮ ਕੋਰਟ 'ਚ ਸਬ ਜੁਡਿਸ ਆ ਉਹ ਡਿਬੇਟ ਤੇ ਪਾਰਟ ਆਪਾਂ ਉਹਦੇ ਕੰਟਰੋਵਰਸ਼ੀਅਲ ਇਸ਼ੂ ਤੇ ਡਿਬੇਟ ਦੇ ਪਾਰਟ ਉਹਦੇ ਉਸ ਐਸਪੈਕਟ ਨੂੰ ਟੱਚ ਨਹੀਂ ਕਰ ਸਕਦੇ। ਹਾਂ ਚਲੋ ਠੀਕ ਹੈ, ਮੈਂ ਵਾਪਸ ਆਊਂਗਾ। ਅਰਸ਼ਪ੍ਰੀਤ ਸਿੰਘ ਖਡਿਆਲ, ਇਸ ਮੁੱਦੇ ਡਿਬੇਟ ਨਹੀਂ ਹੋਣੀ ਚਾਹੀਦੀ? ਆਵਾਜ਼ ਖੋਲੋ ਮਿਸਟਰ ਖਡਿਆਲ, ਮਿਸਟਰ ਖਡਿਆਲ ਆਵਾਜ਼ ਖੋਲੋ, ਤੁਸੀਂ ਮਿਊਟ ਕੀਤਾ ਹੋਇਆ ਆਪਣੇ ਆਪ ਨੂੰ, ਹੁਣ ਬੋਲੋ। ਨਹੀਂ ਆਵਾਜ਼ ਆ ਰਹੀ ਤੁਹਾਡੀ ਖਡਿਆਲ ਸਾਹਿਬ, ਤੁਸੀਂ ਮਿਊਟ ਕੀਤਾ ਹੋਇਆ। ਖਡਿਆਲ ਸਾਹਿਬ ਤੁਸੀਂ ਮਿਊਟ ਕੀਤਾ ਹੋਇਆ। ਖਡਿਆਲ ਸਾਹਿਬ ਦੀ ਆਡੀਓ 'ਚ ਕੋਈ ਪ੍ਰੋਬਲਮ ਆ ਰਹੀ ਹੈ। ਖਡਿਆਲ ਸਾਹਿਬ ਵਾਪਸ ਆ ਜਾਊਗਾ ਤੁਹਾਡੇ ਕੋਲ। ਪਰਮਵੀਰ ਸਿੰਘ, ਤੁਸੀਂ ਵਕੀਲ ਹੋ, ਪਰਮਵੀਰ ਸਿੰਘ, ਇਸ ਮੁੱਦੇ ਤੇ ਬਹਿਸ ਹੋਣੀ ਚਾਹੀਦੀ ਕਿ ਨਹੀਂ? ਦੇਖੋ ਜਿਹੜੀ ਗੱਲ ਨਾਰੰਗ ਸਾਹਿਬ ਨੇ ਕਹੀ ਹੈ ਵੀ ਦੇਖੋ ਹਲੇ ਕੋਰਟ ਦੇ ਵਿੱਚ ਜਿਹੜਾ ਕੇਸ ਹੈ ਉਹ ਸਬਸਿਡਾਈਜ਼ ਹੈ, ਤੇ ਜੋ ਐਜ਼ ਪਰ ਕੋਰਟਸ ਆਰਡਰ ਜੋ ਸੈਂਟਰ ਸਰਕਾਰ ਨੂੰ ਇੱਕ ਐਫੀਡੇਵਿਟ ਫਾਈਲ ਕਰਨ ਲਈ ਕਿਹਾ ਸੀ, ਉਹਨਾਂ ਨੇ ਐਫੀਡੇਵਿਟ ਫਾਈਲ ਕੀਤਾ ਹੈ। ਤੇ ਜੋ ਮੀਡੀਆ ਦੇ ਵਿੱਚ ਰਿਪੋਰਟਸ ਆ ਉਹਦੇ ਵਿੱਚ ਸ਼ਾਇਦ ਐਫੀਡੇਵਿਟ ਦੇ ਵਿੱਚ ਇਹ ਕਿਹਾ ਗਿਆ, ਕਿਉਂਕਿ ਐਫੀਡੇਵਿਟ ਹਲੇ ਜਨਤਕ ਨਹੀਂ ਹੋਇਆ, ਸਿਰਫ ਮੀਡੀਆ ਰਿਪੋਰਟਸ ਨੇ, ਵੀ ਸਰਕਾਰ ਨੇ ਕਿਹਾ ਵੀ ਉਹ ਜਲਦੀ ਤਿਆਰੀ ਕਰ ਰਹੀ ਹੈ ਵੀ ਜਿਹੜਾ ਜਬਰਨ ਟ੍ਰਾਂਸਫਰ ਕੀਤਾ ਜਾਂਦਾ ਰਿਲੀਜੀਅਨ ਕਿਸੇ ਬੰਦੇ ਦਾ ਫੋਰਸਫੁਲੀ ਜਾਂ ਜਬਰਨ ਜਾਂ ਕੋਈ ਲਾਲਚ ਦੇ ਕੇ ਕਰਵਾਇਆ ਜਾਂਦਾ, ਉਹਦੇ ਲਈ ਉਹ ਸ਼ਾਇਦ ਕੋਈ ਲਾਅ ਲੈ ਕੇ ਆ ਰਹੇ ਆ, ਆਰਡੀਨੈਂਸ ਲੈ ਕੇ ਆ ਰਹੇ ਆ। ਇਹ ਹਲਫਨਾਮਾ ਹੈ, ਇਹ ਵੀ ਮੀਡੀਆ ਰਿਪੋਰਟਸ ਹੈ, ਜੋ ਮੀਡੀਆ ਰਿਪੋਰਟਸ ਤੋਂ ਪਤਾ ਲੱਗਿਆ। ਨਹੀਂ ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਕਿ ਇਸ ਤੇ ਵੱਖਰਾ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ? ਤੁਸੀਂ ਆਪਣਾ ਟੇਕ ਤਾਂ ਦੇ ਦਿਓ ਨਾ, ਆਪਾਂ ਉਸ ਲੀਗਲ ਮੈਟਰ ਤੇ ਨਹੀਂ ਗੱਲ ਕਰਦੇ। ਚਲੋ ਪਰਮਵੀਰ ਜੀ ਤੁਹਾਡੀ ਗੱਲ ਮੰਨ ਲੈਣਾ ਮੈਂ। ਦੇਖੋ ਇਹ ਜਿਹੜਾ ਮੈਟਰ ਹੈਗਾ ਜੀ, ਇਹ ਕਿਤੇ ਨਾ ਕਿਤੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਹੈ, ਤੇ ਦੇਖੋ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਪੰਜਾਬ ਨੂੰ। ਜੇ ਅਸੀਂ ਆਫੀਸ਼ੀਅਲ ਡਾਟਾ ਦੇਖੀਏ ਤਾਂ ਨਾਰਥ ਈਸਟ ਹੋ ਗਿਆ, ਲਦਾਖ ਹੋ ਗਿਆ, ਲਕਸ਼ਦੀਪ ਹੋ ਗਿਆ, ਜਿੱਥੇ ਕਨਵਰਜਨ ਪੰਜਾਬ ਨਾਲੋਂ ਜ਼ਿਆਦਾ ਰੇਟ ਦੇ ਵਿੱਚ ਹੈ, ਔਰ ਜਿੱਥੇ ਹਿੰਦੂਇਜ਼ਮ ਨੂੰ ਘਟਾ ਕੇ ਦੂਸਰੇ ਰਿਲੀਜਨਸ ਦੇ ਵਿੱਚ ਬੰਦੇ ਜਾ ਰਹੇ ਨੇ, ਤਾਂ ਕਿਤੇ ਨਾ ਕਿਤੇ ਹਾਂ ਇਹ ਜ਼ਰੂਰ ਇੱਕ ਐਕਟ ਜਾਂ ਜਿਹੜਾ ਸਾਡਾ ਜਿਵੇਂ ਆਈਪੀਸੀ ਦੇ ਵਿੱਚ ਚੈਪਟਰ 15 ਦੇ ਵਿੱਚ ਆਫੈਂਸਿਸ ਰਿਲੇਟਿੰਗ ਟੂ ਰਿਲੀਜਨ ਦਿੱਤੇ ਹੋਏ ਆ 295 ਤੋਂ 298 ਤੱਕ, ਉਹਦੇ ਵਿੱਚ ਸੈਂਟਰ ਸਰਕਾਰ ਵੱਲੋਂ ਸੋਧ ਕੀਤਾ ਜਾ ਸਕਦਾ ਹੈ, ਜਾਂ ਨਵਾਂ ਇੱਕ ਆਰਡੀਨੈਂਸ ਲਿਆ ਕੇ ਇੱਕ ਨਵਾਂ ਪਾਰਟਿਕੂਲਰ ਐਕਟ ਵੀ ਲਿਆਇਆ ਜਾ ਸਕਦਾ ਹੈ। ਕਿਉਂਕਿ ਕਿਸੇ ਬੰਦੇ ਨੂੰ ਅਗਰ ਝਾਂਸਾ ਦੇ ਕੇ ਉਹਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਜਾਂ ਉਹਨੂੰ ਲਿਊਰ ਕਰਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਹੈ, ਸਟੈਂਡ ਰੱਖ ਰਿਹਾ ਹੈ ਕਿ ਜੋ ਬੀਜੇਪੀ ਕਹਿ ਰਹੀ ਹੈ ਜਾਂ ਸੈਂਟਰ ਗਵਰਨਮੈਂਟ ਕਹਿ ਰਹੀ ਹੈ, ਤੁਸੀਂ ਇਤਫਾਕ ਰੱਖਦੇ ਹੋ ਉਹਦੇ ਨਾਲ? ਨਹੀਂ, ਅਸੀਂ ਇਹ ਕਹਿ ਰਹੇ ਹਾਂ ਵੀ ਇਹ ਜੇ ਲੋਕ ਦੇਖੋ ਕਨਸਟੀਟਿਊਸ਼ਨ ਆਫ ਇੰਡੀਆ ਹਰੇਕ ਬੰਦੇ ਨੂੰ ਕਹਿੰਦਾ ਵੀ ਉਹ ਕੋਈ ਵੀ ਰਿਲੀਜਨ ਆਪਣੀ ਮਰਜ਼ੀ ਦੇ ਨਾਲ ਚੂਜ਼ ਕਰ ਸਕਦਾ ਹੈ। ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜੇ ਇੱਕ ਬੰਦੇ ਨੂੰ ਸੁਪਨੇ ਦਿਖਾ ਕੇ ਜਾਂ ਪੈਸੇ ਦਾ ਲਾਲਚ ਦੇ ਕੇ ਜਾਂ ਹੋਰ ਲਾਲਚ ਦੇ ਕੇ ਅਗਰ ਜਬਰਨ ਪਰਿਵਰਤਨ ਕਰਵਾਇਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਚਿੰਤਾ ਦਾ ਵਿਸ਼ੇ ਹੈ, ਔਰ ਇਸ ਚੀਜ਼ ਨੂੰ ਠੱਲ ਪੈਣੀ ਚਾਹੀਦੀ। ਪਰਮਵੀਰ ਸਿੰਘ, ਇਹ ਧਾਰਮਿਕ ਜਥੇਬੰਦੀਆਂ ਜਾਂ ਧਾਰਮਿਕ ਆਗੂ ਇਹ ਕਿਉਂ ਨਹੀਂ ਦੇਖਦੇ ਕਿ ਸਾਡੇ ਧਰਮ ਵਿੱਚ ਕੋਈ ਕਮਜ਼ੋਰੀ ਹੈ ਤਾਂ ਹੀ ਕੋਈ ਲਾਲਚ ਦਿੱਤਾ ਜਾ ਰਿਹਾ ਹੈ? ਪਰਮਵੀਰ ਸਿੰਘ, ਆਪਾਂ ਇਸ ਮੁੱਦੇ ਡਿਬੇਟ ਨਾ ਕਰੀਏ। ਦੇਖੋ ਕੇਪੀ ਜੀ, ਸਾਰੇ ਧਰਮ ਜਿਹੜੇ ਹੁੰਦੇ ਆ ਪਵਿੱਤਰ ਧਰਮ ਨੇ, ਹਰੇਕ ਧਰਮ ਪਿਆਰ ਸਿਖਾਉਂਦਾ ਹੈ, ਪਰ ਕਿਤੇ ਨਾ ਕਿਤੇ ਅੱਜ ਜੋ ਦੇਖੋ ਸਿਰਫ ਧਰਮ ਦੇ ਨਾਲ ਨਹੀਂ, ਅਸੀਂ ਸਾਨੂੰ ਸੋਸ਼ੋ ਇਕਨੋਮਿਕ ਕੰਡੀਸ਼ਨਸ ਤੇ ਓਵਰਆਲ এনवायरमेंट ਵੀ ਇਹਦੀਆਂ ਬੜੀਆਂ ਰੀਜ਼ਨਸ ਨੇ ਜਿਹੜਾ ਇਹ ਧਰਮ ਪਰਿਵਰਤਨ ਹੋ ਰਿਹਾ ਹੈ। ਚਲੋ ਮੈਂ ਛੋਟਾ ਬ੍ਰੇਕ ਲੈ ਕੇ ਆ ਰਿਹਾ, ਮੈਂ ਛੋਟਾ ਬ੍ਰੇਕ ਲੈ ਲਵਾਂ। ਰਜਿੰਦਰ ਸਿੰਘ ਖਾਲਸਾ ਦਾ ਵੀ ਮੈਂ ਕਮੈਂਟ ਲੈਣਾ ਤੇ ਧਰਮ ਪਰਿਵਰਤਨ ਦਾ ਮੁੱਦਾ ਹੈ ਕੀ ਹੈ, ਇਸ ਨੂੰ ਕਿਸ ਤਰੀਕੇ ਸਮਝਿਆ ਜਾਣਾ ਚਾਹੀਦਾ ਹੈ? ਜਬਰੀ ਧਰਮ ਪਰਿਵਰਤਨ, ਇਸ ਸ਼ਬਦ ਨੂੰ ਧਿਆਨ ਰੱਖਣਾ ਹੈ। ਧਰਮ ਪਰਿਵਰਤਨ ਤੇ ਜਬਰੀ ਧਰਮ ਪਰਿਵਰਤਨ ਦੇ ਵਿਚਾਰੇ ਛੋਟੀ ਜੀ ਲਕੀਰ ਹੈਗੀ ਆ, ਪਰ ਇਸ ਲਕੀਰ ਤੇ ਹੀ ਸਾਰੀ ਸਿਆਸਤ ਟਿਕੀ ਹੋਈ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਜਿਹੜਾ ਅਸੀਂ ਪੁੱਛ ਰਹੇ ਹਾਂ ਕਿ ਦੇਸ਼ 'ਚ ਜਬਰੀ ਧਰਮ ਪਰਿਵਰਤਨ ਤੇ ਅੱਜ ਦਿਨ ਬਹਿਸ ਵੱਡੀ ਕਿਉਂ ਹੁੰਦੀ ਜਾ ਰਹੀ ਹੈ? ਰਜਿੰਦਰ ਸਿੰਘ ਖਾਲਸਾ ਜੀ, ਸਰ ਤੁਹਾਡਾ ਤਾਂ ਬਹੁਤ ਤਜਰਬਾ। ਖਾਲਸਾ ਜੀ, ਇਹ ਅੱਜ ਦਾ ਤਾਂ ਹੋਣ ਨਹੀਂ ਲੱਗਾ ਧਰਮ ਪਰਿਵਰਤਨ, ਇਹ ਬਹੁਤ ਵੇਲਿਆਂ ਦਾ ਚੱਲਦਾ ਪਿਆ ਜਬਰੀ ਧਰਮ ਪਰਿਵਰਤਨ, ਪਰ ਇਸ ਬਹਿਸ ਨੂੰ ਹੁਣ ਵੱਡਾ ਕੀਤਾ ਜਾ ਰਿਹਾ। ਇਹਦੇ ਪਿੱਛੇ ਕੋਈ ਤੁਹਾਨੂੰ ਮਕਸਦ ਲੱਗਦਾ, ਕੋਈ ਏਜੰਡਾ ਲੱਗਦਾ, ਜਾਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਜਿਨ 'ਤੇ ਡਿਬੇਟਸ ਹੋਣੀਆਂ ਚਾਹੀਦੀਆਂ? ਕੇਪੀ ਜੀ, ਤੁਸੀਂ ਹੁਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ
ਕਿ ਧਰਮ ਪਰਿਵਰਤਨ ਦੇ ਵਿੱਚ ਤੇ ਜ਼ਬਰੀ ਧਰਮ ਪਰਿਵਰਤਨ ਵਿੱਚ ਇੱਕ ਬਰੀਕ ਜੀ ਲਾਈਨ ਹੈ ਜਿਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਜੀ। ਧਰਮ ਪਰਿਵਰਤਨ ਵਿੱਚ ਤੇ ਜ਼ਬਰੀ ਧਰਮ ਪਰਿਵਰਤਨ ਵਿੱਚ ਬਹੁਤ ਵੱਡੀ ਦੀਵਾਰ ਹੈ, ਬਰੀਕ ਜੀ ਲਾਈਨ ਨਹੀਂ ਹੈ। ਧਰਮ ਪਰਿਵਰਤਨ ਕਿਸੇ ਨੂੰ ਵੀ ਹੱਕ ਹੈ ਆਪਣੀ ਸੋਚ ਮੁਤਾਬਕ ਕਿਸੇ ਵੀ ਧਰਮ ਨੂੰ ਅਪਣਾਉਣ ਦਾ, ਔਰ ਧਰਮ ਪਰਿਵਰਤਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ ਕੋਈ ਸਿਧਾਂਤ ਚੰਗੇ ਲੱਗੇ, ਉਹਨੂੰ ਲੱਗਾ ਕਿ ਇੱਥੇ ਮੈਨੂੰ ਅਧਿਆਤਮਕ ਜੀਵਨ ਦਾ ਚੰਗਾ ਮਾਰਗ ਮਿਲ ਰਿਹਾ ਤੇ ਮੈਂ ਇਸ ਧਰਮ ਨੂੰ ਅਪਣਾ ਲਵਾਂ। ਦੂਸਰਾ ਕਾਰਨ ਇਹ ਵੀ ਹੁੰਦਾ ਹੈ ਕਿਤੇ ਸੋਸ਼ਲੀ ਉਹ ਸਮਝਦਾ ਹੈ ਕਿ ਇੱਥੇ ਮੈਂ ਦੱਬਿਆ ਹੋਇਆ, ਉਸ ਕੌਮ ਦੇ ਵਿੱਚ ਜਾ ਕੇ ਮੈਨੂੰ ਸੋਸ਼ਲੀ ਜਿਹੜਾ ਹੈ ਸਮਾਜਿਕ ਤੌਰ ਤੇ ਵੱਡਾ ਚੰਗਾ ਸਥਾਨ ਮਿਲੇਗਾ, ਉਸ ਕਰਕੇ ਵੀ ਧਰਮ ਪਰਿਵਰਤਨ ਹੁੰਦਾ ਹੈ। ਜਿਹੜਾ ਜ਼ਬਰੀ ਧਰਮ ਪਰਿਵਰਤਨ ਹੈ ਉਹ ਤਿੰਨ ਤਰੀਕੇ ਨਾਲ ਹੁੰਦਾ ਹੈ। ਇੱਕ ਹੁੰਦਾ ਕੋਈ ਰਾਜ ਸੱਤਾ ਦਾ ਡਰ ਦਿਖਾ ਕੇ, ਦੂਸਰਾ ਹੁੰਦਾ ਹੈ ਪੈਸੇ ਦਾ ਲਾਲਚ ਦੇ ਕੇ ਜੀ, ਤੇ ਤੀਸਰਾ ਹੁੰਦਾ ਹੈ ਮਾਨਸਿਕ ਤੌਰ ਤੇ ਕਿਸੇ ਨੂੰ ਗੁੰਮਰਾਹ ਕਰਕੇ। ਮੈਂ ਉਹਨੂੰ ਵੀ ਜ਼ਬਰੀ ਧਰਮ ਪਰਿਵਰਤਨ ਚ ਗਿਣਨਾ, ਜਿਹੜਾ ਮਾਨਸਿਕ ਤੌਰ ਤੇ ਗੁੰਮਰਾਹ ਕਰਕੇ ਕਰਨਾ ਹੈ। ਬਿਲਕੁਲ ਜ਼ਬਰੀ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ, ਉਹਦੀ ਆਗਿਆ ਵੀ ਨਹੀਂ ਹੋਣੀ ਚਾਹੀਦੀ। ਲੇਕਿਨ ਜਿਹੜਾ ਧਰਮ ਪਰਿਵਰਤਨ ਬਾਈ ਚੋਇਸ ਹੈ, ਜਿਹੜਾ ਸਾਡਾ ਭਾਰਤ ਦਾ ਇਤਿਹਾਸ ਹੈ, ਇਹਦੇ ਵਿੱਚ ਧਰਮ ਪਰਿਵਰਤਨ ਕੋਈ ਨਵੀਂ ਚੀਜ਼ ਨਹੀਂ ਹੈ। ਔਰ ਉਹਦਾ ਮੂਲ ਕਾਰਨ ਇਹੀ ਰਿਹਾ ਹੈ ਕਿ ਸਾਡਾ ਇੱਕ ਸਮਾਜ ਦਾ ਵੱਡਾ ਸਾਰਾ ਹਿੱਸਾ ਉਹਨੂੰ ਦਲਿਤ ਗਰਦਾਨਿਆ ਹੋਇਆ, ਉਹਨੂੰ ਸਮਾਜਿਕ ਤੌਰ ਦੇ ਉੱਤੇ ਸਟੇਟਸ ਉਹ ਨਹੀਂ ਮਿਲਿਆ। ਉਹਦੀ ਵਜ੍ਹਾ ਕਰਕੇ ਉਹ ਅਕਸਰ ਜਿੱਥੇ ਉਹ ਸਮਝਦੇ ਨੇ ਕਿ ਇੱਥੇ ਸਾਨੂੰ ਸਮਾਜਿਕ ਤੌਰ ਤੇ ਚੰਗਾ ਸਤਿਕਾਰ ਮਿਲੇਗਾ, ਉਸ ਧਰਮ ਨੂੰ ਅਪਣਾਉਣ ਲਈ ਤੁਰ ਪੈਂਦੇ ਨੇ। ਤੇ ਫਿਰ ਤਾਂ ਖਾਲਸਾ ਜੀ ਵੱਖਰਾ ਕਾਨੂੰਨ ਬਣਾ ਦਿੱਤਾ ਜਾਵੇ ਨਾ, ਫਿਰ ਕੋਈ ਦਿੱਕਤ ਹੀ ਨਹੀਂ। ਤੁਸੀਂ ਕਹਿ ਰਹੇ ਹੋ ਕਿ ਜ਼ਬਰੀ ਧਰਮ ਪਰਿਵਰਤਨ ਦੇ ਵਿਰੁੱਧ ਐਕਸ਼ਨ ਲੈਣਾ ਚਾਹੀਦਾ ਹੈ, ਉਹ ਬਹੁਤ ਗਲਤ ਹੋ ਰਿਹਾ ਹੈ, ਕਾਨੂੰਨ ਬਣਾ ਦੇਣਾ ਚਾਹੀਦਾ ਵੱਖਰਾ, ਫਿਰ ਇਹਦਾ ਮਤਲਬ ਨਹੀਂ। ਦੇਖੋ ਜ਼ਬਰੀ ਧਰਮ ਪਰਿਵਰਤਨ ਤਾਂ ਬਿਲਕੁਲ ਰੁਕਣਾ ਚਾਹੀਦਾ ਔਰ ਸਿਰਫ ਲੇਕਿਨ ਉਹਦੀ ਲਿਮਿਟ ਉਹੀ ਹੋਣੀ ਚਾਹੀਦੀ ਹੈ। ਜ਼ਬਰੀ ਦੀ ਪਰਿਭਾਸ਼ਾ ਜਿਹੜੀ ਹੈ ਨਾ ਉਹ ਸਹੀ ਹੋਣੀ ਚਾਹੀਦੀ ਹੈ। ਜ਼ਬਰੀ ਧਰਮ ਪਰਿਵਰਤਨ ਦੇ ਨਾਂ ਦੇ ਉੱਤੇ ਕਿਸੇ ਸਮਾਜ ਦੇ ਹਿੱਸੇ ਨੂੰ ਦਬਾ ਕੇ ਰੱਖਣਾ, ਮੈਂ ਜਿਹੜੀ ਗੱਲ ਕਰਨ ਲੱਗਾ ਸੀ, ਸਾਡੀ ਸਿੱਖ ਕੌਮ ਦੇ ਵਿੱਚ ਬਦਕਿਸਮਤੀ ਹੈ। ਸਾਡੇ ਸਤਿਗੁਰੂ ਨੇ ਤਾਂ ਸਾਰੀ ਬਰਾਬਰੀ ਦਿੱਤੀ ਹੈ, ਲੇਕਿਨ ਮਾਫ ਕਰਨਾ ਉਹ ਬਰਾਬਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਰਹਿ ਗਈ ਹੈ। ਸਮਾਜਿਕ ਤੌਰ ਤੇ ਅਸੀਂ ਵੀ ਆਪਣੇ ਵਿੱਚ ਦਲਿਤ ਵੀ ਬਣਾ ਲਏ, ਮਜ਼੍ਹਬੀ ਸਿੱਖ ਵੀ ਬਣਾ ਲਏ, ਉਹਨਾਂ ਨੂੰ ਉਹ ਸਟੇਟਸ ਨਹੀਂ ਮਿਲਿਆ। ਮੇਰਾ ਇੱਕ ਹੋਰ ਸਵਾਲ ਹੈ ਖਾਲਸਾ ਜੀ, ਮੇਰਾ ਖਾਲਸਾ ਜੀ ਇੱਕ ਹੋਰ ਸਵਾਲ ਹੈ, ਹੋ ਸਕਦਾ ਸ਼ਾਇਦ ਤੁਹਾਨੂੰ ਸਵਾਲ ਚੰਗਾ ਲੱਗੇ ਕਿ ਨਾ ਲੱਗੇ, ਮੈਨੂੰ ਨਹੀਂ ਪਤਾ ਇਸ ਦਾ ਖਾਲਸਾ ਜੀ, ਪਰ ਜੋ ਲੋਕਾਂ ਦੇ ਸਵਾਲ ਹੁੰਦੇ ਆ ਸਰ ਮੈਂ ਇੱਥੇ ਜ਼ਰੂਰ ਪੁੱਛਦਾ ਜੀ। ਖਾਲਸਾ ਜੀ, ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦਿਵਸ ਵਾਲੇ ਦਿਨ ਸਾਨੂੰ ਇਹ ਡਿਬੇਟ ਕਰਨੀ ਪੈ ਰਹੀ ਹੈ ਸਰ, ਕਿਉਂ? ਦੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਬਰੀ ਜਿਹੜਾ ਧਰਮ ਪਰਿਵਰਤਨ ਸੀ ਉਹਦੇ ਖਿਲਾਫ ਆਵਾਜ਼ ਉਠਾਈ ਸੀ, ਔਰ ਅਕਸਰ ਇਹ ਕਿਹਾ ਜਾਂਦਾ ਜੀ ਕਿ ਇੱਕ ਕੌਮ ਵਾਸਤੇ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹ ਮਨੁੱਖੀ ਅਧਿਕਾਰਾਂ ਵਾਸਤੇ ਸੀ ਕਿ ਹਰ ਇਨਸਾਨ ਨੂੰ ਆਪਣੇ ਧਰਮ ਅਨੁਸਾਰ ਜੀਣ ਦਾ ਅਧਿਕਾਰ ਹੈ, ਆਪਣੇ ਵਿਚਾਰਾਂ ਅਨੁਸਾਰ ਜੀਣ ਦਾ ਅਧਿਕਾਰ ਹੈ। ਉਹਦੇ ਵਾਸਤੇ ਸਤਿਗੁਰੂ ਨੇ ਕੁਰਬਾਨੀ ਦਿੱਤੀ ਏਡੀ ਵੱਡੀ। ਉਹਦੇ ਵਿੱਚ ਜ਼ਬਰੀ ਸੀ। ਇਹ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਰੋਜ਼ ਸਵਾ ਮਣ ਜੰਜੂ ਉਤਾਰ ਕੇ ਤੇ ਤਾਂ ਲੰਗਰ ਪਾਣੀ ਛਕਦਾ ਸੀ। ਉਹ ਸਵਾ ਮਣ ਜੰਜੂ ਜਿਹੜਾ ਐਵੇਂ ਨਹੀਂ ਸੀ ਉਤਰ ਰਿਹਾ, ਉਹ ਜ਼ਬਰਦਸਤੀ ਕੀਤੀ ਜਾ ਰਹੀ ਸੀ। ਤਾਂ ਖਾਲਸਾ ਜੀ ਜਿਹੜੀਆਂ ਬਹਿਸਾਂ ਹੋ ਰਹੀਆਂ ਤੁਹਾਨੂੰ ਲੱਗਦਾ ਕਿ ਸਹੀ ਬਹਿਸਾਂ ਹੋ ਰਹੀਆਂ, ਇਹ ਕੋਈ ਦਿੱਕਤ ਨਹੀਂ, ਇਹਨਾਂ ਤੇ ਬਹਿਸਾਂ ਹੋਣੀਆਂ ਚਾਹੀਦੀਆਂ? ਦੇਖੋ ਡਿਸਕਸ਼ਨ ਤੇ ਹੋਣੀ ਚਾਹੀਦੀ ਹੈ। ਤੁਸੀਂ ਉਹਨੂੰ ਬਹਿਸ ਕਹਿ ਰਹੇ ਹੋ, ਮੈਂ ਉਹਨੂੰ ਕਹਾਂਗਾ ਵੀ ਵਿਚਾਰ ਹੋਣੀ ਚਾਹੀਦੀ ਹੈ, ਵਿਚਾਰ ਚਰਚਾ ਜ਼ਰੂਰੀ ਹੈ, ਬਹਿਸ ਨਹੀਂ। ਇੱਕ ਗੱਲ ਤਾਂ ਬੜੀ ਸਾਨੂੰ ਮੰਨਣੀ ਪਏਗੀ, ਜਿਹੜੀਆਂ ਕੌਮਾਂ ਸੀ ਕਹਿੰਦੇ ਮੈਂ ਆਪਣੀ ਕੌਮ ਦੇ ਸਮੇਤ ਕਵਾਂਗਾ, ਅੱਜ ਈਸਾਈ ਮਤ ਤੋਂ ਮੇਰੀ ਕੌਮ ਪੀੜਤ ਹੈ ਇਸ ਗੱਲ ਤੋਂ ਕਿ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਉਹਦੇ ਬਾਵਜੂਦ ਮੈਂ ਇਹ ਕਹਾਂਗਾ ਕਿ ਪਹਿਲਾਂ ਸਾਨੂੰ ਵੇਖਣਾ ਪਏਗਾ ਕਿ ਸਾਡਾ ਇੰਸਟੀਟਿਊਸ਼ਨਲ ਫੇਲਿਅਰ ਤੇ ਨਹੀਂ, ਕਿਤੇ ਅਸੀਂ ਜੋ ਆਪ ਪ੍ਰਚਾਰ ਕਰਨਾ ਸੀ ਉਹ ਕਰਨ ਚ ਫੇਲ ਤੇ ਨਹੀਂ ਹੋਏ। ਮੈਂ ਖਾਲਸਾ ਜੀ ਇਹੀ ਸਵਾਲ ਤਾਂ ਪੁੱਛ ਰਿਹਾ, ਖਾਲਸਾ ਜੀ ਮੈਂ ਸਵਾਲ ਪਹਿਲਾਂ ਵੀ ਪੁੱਛਿਆ ਸੀਗਾ, ਇਸ ਸਵਾਲ ਦਾ ਜਵਾਬ ਹੀ ਕੋਈ ਦੇਣਾ ਨਹੀਂ ਚਾਹੁੰਦਾਗਾ, ਦੱਸੋ ਕੀ ਕਰੀਏ?
ਸਾਰੇ ਤਾਂ ਕਹਿੰਦੇ ਆ ਵੀ ਹਾਂ ਸਾਡੇ ਧਰਮ ਦੇ ਲੋਕਾਂ ਨੂੰ ਜਬਰੀ ਸ਼ਾਮਲ ਕੀਤਾ ਜਾ ਰਿਹਾ, ਅਸੀਂ ਸਵੈ ਪੜਚੋਲ ਕਰਨ ਲਈ ਰਾਜੀ ਨਹੀਂ ਹੈਗੇ ਖਾਲਸਾ ਜੀ। ਨਹੀਂ, ਉਹ ਸਵਾ ਪੜਚੋਲ ਨਹੀਂ ਕਰਾਂਗੇ ਤੇ ਕਾਨੂੰਨਾਂ ਦੇ ਨਾਲ ਨਹੀਂ ਇਹ ਕੰਮ ਰੋਕੇ ਜਾ ਸਕਦੇ। ਹਾਂ, ਜੇ ਅਸੀਂ ਕਹੀਏ ਇਹਨਾਂ ਗੱਲਾਂ ਨੂੰ ਕਾਨੂੰਨਾਂ ਦੇ ਨਾਲ ਰੋਕ ਲਿਆ ਜਾਵੇ, ਜਿੱਥੇ ਤੁਸੀਂ ਇੱਕ ਸੈਕਸ਼ਨ ਆਫ ਦਾ ਸੁਸਾਇਟੀ ਨੂੰ ਦਬਾ ਕੇ ਰੱਖਣਾ ਚਾਹੁੰਦੇ ਹੋ, ਸਮਾਜ ਨੂੰ ਦਲਿਤ ਬਣਾ ਕੇ ਰੱਖਣਾ ਚਾਹੁੰਦੇ ਹੋ, ਉਹਨਾਂ ਦੇ ਵਿੱਚੋਂ ਬਗਾਵਤ ਦੀ ਸੁਰ ਉੱਠਦੀ ਰਹੇਗੀ ਸਮੇਂ-ਸਮੇਂ ਤੇ। ਠੀਕ ਹੈ। ਪਰਮਵੀਰ ਜਿਹੜੀ ਗੱਲ ਖਾਲਸਾ ਜੀ ਕਹਿ ਰਹੇ ਆ ਕਿ ਕਾਨੂੰਨਾਂ ਨਾਲ ਇਹ ਚੀਜ਼ਾਂ ਰੁਕਣ ਵਾਲੀਆਂ ਨਹੀਂ, ਸਵੈ ਪੜਚੋਲ ਦੀ ਜ਼ਰੂਰਤ ਹੈਗੀ ਹੈ, ਪਰਮਵੀਰ ਸਿੰਘ ਤੁਸੀਂ ਇਤਫਾਕ ਰੱਖਦੇ ਹੋ ਇਸ ਗੱਲ ਨਾਲ ਜਾਂ ਨਹੀਂ? ਨਹੀਂ ਦੇਖੋ, ਮੈਂ ਤਾਂ ਕੇਪੀ ਜੀ ਪਹਿਲਾਂ ਵੀ ਕਿਹਾ ਵੀ ਇਹਦੇ ਵਿੱਚ ਕਈ ਇਹਦੇ ਕੰਡੀਸ਼ਨਸ ਹੁੰਦੇ ਨੇ, ਕਈ ਤਰ੍ਹਾਂ ਦਾ এনवायरमेंट ਹੁੰਦਾ ਵੀ ਅਸੀਂ ਇੱਕ ਚੀਜ਼ ਨਹੀਂ ਕਹਿ ਸਕਦੇ ਵੀ ਜਿਹਦੇ ਨਾਲ ਧਰਮ ਪਰਿਵਰਤਨ ਹੁੰਦਾ ਹੈ। ਇਹ ਜਿਵੇਂ ਮੇਰੇ ਤੋਂ ਪਹਿਲਾਂ ਖਾਲਸਾ ਜੀ ਨੇ ਦੱਸਿਆ, ਸਕਾਲਰ ਨੇ ਸਾਡੇ ਵੱਡੇ ਨੇ, ਇਹਨਾਂ ਨੇ 3 ਤਰ੍ਹਾਂ ਦੀ ਡੈਫੀਨੇਸ਼ਨ ਦਿੱਤੀ। ਮੈਂ ਵੀ ਉਹੀ ਕਿਹਾ ਵੀ ਸੋਸ਼ੋ ਇਕਨੋਮਿਕ ਕੰਡੀਸ਼ਨ ਜਿਹੜਾ ਹੈਗਾ ਉਹ ਵੀ ਇੱਕ ਇਹਦਾ ਬੜਾ ਪਾਰਟ ਐਂਡ ਪਾਰਸਲ ਹੈ ਧਰਮ ਪਰਿਵਰਤਨ ਦਾ। ਠੀਕ ਹੈ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਹਰੇਕ ਬੰਦੇ ਨੂੰ, ਹਰੇਕ ਆਪਣੇ ਧਰਮ ਨੂੰ, ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਇਹਦੇ ਵੱਲ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਪਰ ਕਿਤੇ ਨਾ ਕਿਤੇ ਇੰਸਟੀਟਿਊਸ਼ਨਸ ਦੇ ਨਾਲ ਜਿਹੜੀਆਂ ਜਥੇਬੰਦੀਆਂ ਹੁੰਦੀਆਂ, ਦੇਖੋ ਕਿਸੇ ਦੇ ਵੱਲ ਉਂਗਲ ਚੱਕਣਾ ਬੜਾ ਸੌਖਾ ਹੈ, ਪਰ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਹਰੇਕ ਧਰਮ ਦੇ ਵਿੱਚ ਨੇ, ਅਗਰ ਨੈਗੇਟਿਵਿਟੀ ਜਦੋਂ ਗੱਲ ਕਰਨ ਦੀ ਆਉਂਦੀ ਹੈ ਉਦੋਂ ਤਾਂ ਉਹ ਇੰਸਟੀਟਿਊਸ਼ਨ ਵੱਲ ਉਂਗਲਾਂ ਚੱਕਦੇ ਨੇ, ਪਰ ਜਿਹੜੇ ਉਸ ਜੁੜੇ ਹੋਏ ਆ ਧਰਮ ਦੇ ਨਾਲ, ਉਹਨਾਂ ਦੀ ਵੀ ਕਿਤੇ ਨਾ ਕਿਤੇ ਡਿਊਟੀ ਬਣਦੀ ਹੈ ਵੀ ਉਹ ਵੀ ਇਸ ਚੀਜ਼ ਲਈ ਅੱਗੇ ਆਣ। ਸਿਰਫ ਹੱਥ ਤੇ ਹੱਥ ਕਰਕੇ ਅਸੀਂ ਇੰਸਟੀਟਿਊਸ਼ਨ ਵੱਲ ਇਸ਼ਾਰਾ ਨਾ ਕਰੀਏ। ਇਹ ਸਾਡਾ ਸਾਰਿਆਂ ਦਾ ਬੰਦਾ ਆਪਣੇ ਆਪਣੇ ਧਰਮ ਦੇ ਪ੍ਰਤੀ ਵੀ ਅਸੀਂ ਲੋਕਾਂ ਨੂੰ ਆਪਣੇ ਸੁਚੇਤ ਕਰੀਏ, ਆਪਣੇ ਧਰਮ ਦੇ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਨੂੰ ਜਿਹੜਾ ਇਹ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਜਬਰੀ, ਉਹਨਾਂ ਤੋਂ ਦੂਰ ਰੱਖੀਏ। ਚਲੋ ਠੀਕ ਹੈ। ਅਰਸ਼ਪ੍ਰੀਤ ਸਿੰਘ ਖਡਾਲ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਜੀ ਹੁਣ ਆ ਰਹੀ ਹੈ। ਹਾਂ, ਮੈਂ ਇਹ ਸਵਾਲ ਕਰ ਰਿਹਾ ਸੀ ਇਹਨਾਂ ਤੇ ਬਹਿਸਾਂ ਕਿਉਂ ਵੱਡੀਆਂ ਹੁੰਦੀਆਂ ਜਾ ਰਹੀਆਂ? ਹਾਲਾਂਕਿ ਖਾਲਸਾ ਜੀ ਕਹਿੰਦੇ ਵਿਚਾਰ ਸਾਨੂੰ ਕਰਨਾ ਚਾਹੀਦਾ ਹੈ, ਬੇਸਿਕਲੀ ਉਹਨਾਂ ਦਾ ਕਹਿਣ ਦੀ ਕੋਸ਼ਿਸ਼ ਹੈ ਕਿ ਸੰਵਾਦ ਹੋਣਾ ਚਾਹੀਦਾ। ਮਿਸਟਰ ਖਡਿਆਲ, ਬਿਲਕੁਲ ਸਹੀ ਹੈ ਕਹਿਣਾ ਕੇਪੀ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਦੇ ਡਬਲ ਸਟੈਂਡਰਡਸ ਗਿਵ ਅਪ ਕਰ ਦੇਣੇ ਚਾਹੀਦੇ ਹੈ। ਇਹ ਕਲੀਅਰ ਸਟੈਂਡ ਲੈ ਹੀ ਨਹੀਂ ਪਾ ਰਹੇ। ਹੁਣ ਇੱਥੇ ਨਾਰੰਗ ਸਾਹਿਬ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਸੀ, ਜਦੋਂ ਤੁਸੀਂ ਸਵਾਲ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ ਦਾ ਇਹਦੇ ਸਟੈਂਡ ਕੀ ਹੈ, ਨਾਰੰਗ ਸਾਹਿਬ ਕਹਿੰਦੇ ਵੀ ਸਬ ਜੁਡਿਸ ਦਾ ਮੈਟਰ। ਜੇ ਮੈਟਰ ਸਬ ਜੁਡਿਸ ਹੈ ਨਾਰੰਗ ਸਾਹਿਬ, ਤੇ ਫਿਰ ਤੁਸੀਂ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਿਉਂ ਕਰ ਰਹੇ ਹੋ? ਫਿਰ ਤਾਂ ਪਾਰਟਿਸਿਪੇਟ ਨਹੀਂ ਕਰਨਾ ਚਾਹੀਦਾ ਸੀਗਾ। ਤੁਸੀਂ ਕੰਡੈਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਵੀ ਉਹ ਆਈ ਨਹੀਂ, ਉਹਨਾਂ ਦੀ ਖਾਲੀ ਕੁਰਸੀ ਲੱਗਣੀ ਚਾਹੀਦੀ ਹੈ। ਅੱਜ ਫਿਰ ਤੁਹਾਨੂੰ ਖਾਲੀ ਕੁਰਸੀ ਰੱਖਣੀ ਚਾਹੀਦੀ ਸੀ, ਆਪਦਾ ਇਤਰਾਜ਼ ਜਤਾਉਣਾ ਚਾਹੀਦਾ ਸੀਗਾ, ਲੇਕਿਨ ਤੁਸੀਂ ਆਏ। ਸੋ ਤੁਹਾਨੂੰ ਡਿਫਾਈਨ ਕਰਨਾ ਪੈਣਾ ਵੀ ਬੀਜੇਪੀ ਦਾ ਸਟੈਂਡ ਹੈ ਕੀ। ਦੂਜੀ ਗੱਲ ਕੇਪੀ ਜੀ, ਗੱਲ ਇਸ ਤਰ੍ਹਾਂ ਹੈ ਕਿ ਦੇਖੋ, ਜੇ ਤਾਂ ਫੋਰਸਡ ਹੋਵੇ ਕਨਵਰਜਨ, ਧੱਕਾ ਕੀਤਾ ਗਿਆ ਹੋਵੇ ਕਿਸੇ ਨਾਲ ਵੀ ਤੂੰ ਕਨਵਰਟ ਹੋ, ਉਹ ਗਲਤ ਹੈ। ਲੇਕਿਨ ਜੇ ਕੋਈ ਕਨਵਰਟ ਹੋਣਾ ਚਾਹੁੰਦਾ ਹੋਵੇ ਤਾਂ ਕੀ ਉਹਦੇ ਖਿਲਾਫ ਕੋਈ ਕੇਸ ਹੋਣਾ ਚਾਹੀਦਾ ਹੈ? ਕੀ ਉਹਤੇ ਪਰਚਾ ਹੋਣਾ ਚਾਹੀਦਾ ਹੈ? ਕੋਗਨੀਜ਼ੇਬਲ ਆਫੈਂਸ, ਨਾਨ ਬੇਲੇਬਲ ਆਫੈਂਸ, ਅਪ ਟੂ 10 ਸਾਲ ਤੱਕ ਦੀ ਸਜ਼ਾ। ਪਹਿਲੀ ਗੱਲ, ਆਰਟੀਕਲ 25 ਵਾਇਲੇਟ ਹੁੰਦਾ ਹੈ ਜੇ ਬੰਦਾ ਵਾਕਈ ਕਨਵਰਟ ਕਰਨਾ ਚਾਹੁੰਦਾ ਹੈ, ਕਿਸੇ ਦਾ ਮਨ ਬਦਲ ਗਿਆ, ਕਿਸੇ ਨੇ ਸਿੱਖੀ ਦੇ ਵਿੱਚ ਕਨਵਰਟ ਕਰਨਾ, ਤੇ ਉਹ ਖਡਿਆਲ ਸਾਹਿਬ ਤੁਸੀਂ ਜਿਹੜਾ ਪੁਆਇੰਟ ਚੱਕ ਰਹੇ ਹੋ, ਖਡਿਆਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ। ਉਹ ਪਹਿਲਾਂ ਹੀ ਜਿਹੜੇ ਸਟੇਟ ਦੇ ਲਾਜ਼ ਹੈਗੇ ਉਹਨਾਂ ਵਿੱਚ ਹੈਗਾ 50,000 ਰੁਪਏ ਜੁਰਮਾਨਾ ਵੀ ਹੈਗਾ। ਖਡਿਆਲ ਸਾਹਿਬ ਮੇਰਾ ਸਵਾਲ ਤਾਂ ਲੈ ਲਓ ਨਾ, ਮੇਰਾ ਸਵਾਲ ਤਾਂ ਲੈ ਲਓ ਨਾਲ। ਖਡਿਆਲ ਸਾਹਿਬ ਮੇਰਾ ਸਵਾਲ ਲੈ ਲਓ ਨਾ ਨਾਲ। ਜਿਹੜੇ 8-9 ਸੂਬੇ ਹੈਗੇ ਆ ਜਿਨ੍ਹਾਂ ਵਿੱਚ ਇਹ ਕਾਨੂੰਨ ਬਣਿਆ ਹੋਇਆ, ਕੀ ਉੱਥੇ ਇਹ ਜਬਰੀ ਧਰਮ ਪਰਿਵਰਤਨ ਰੁਕ ਗਿਆ? ਹੁਣ ਨੰਬਰ 1, ਪਹਿਲਾਂ ਤਾਂ ਕੇਪੀ ਜੀ ਮੈਂ ਨਹੀਂ ਕਿਹਾ ਇਹ ਹੋਣਾ ਚਾਹੀਦਾ, ਮੇਰਾ ਬਿਆਨ ਧਿਆਨ ਨਾਲ ਸੁਣੋ। ਮੈਂ ਕਿਹਾ ਇਹ ਹੈ, ਇਹ ਕੋਗਨੀਜ਼ੇਬਲ ਆਫੈਂਸ ਹੈ, ਨਾਨ ਬੇਲੇਬਲ ਆਫੈਂਸ ਹੈ, ਅਪ ਟੂ 10 ਸਾਲ ਤੱਕ ਦੀ ਸਜ਼ਾ ਇਹਦੇ ਵਿੱਚ। ਸੋ ਨੰਬਰ 2 ਜਿਹੜੀ ਗੱਲ ਹੈ ਉਹ ਇਹ ਹੈ ਕਿ ਕੇਪੀ ਜੀ, ਐਂਟੀ ਕਨਵਰਜਨ ਲਾਅ ਕੀ, ਇਹਦੇ ਫਾਇਦੇ ਕੀ ਹੈ, ਨੁਕਸਾਨ ਕੀ ਹੈ, ਇਹ ਤੇ ਸੰਵਾਦ ਹੋਣਾ ਚਾਹੀਦਾ ਹੈ, ਵਿਚਾਰ ਵਿਮਰਸ਼ ਹੋਣਾ ਚਾਹੀਦਾ ਹੈ। ਦੇਖੋ, ਆਪਣਾ ਇੱਕ ਚਾਕੂ ਦਾ ਇਸਤੇਮਾਲ ਇੱਕ ਡਾਕਟਰ ਚੰਗੇ ਕੰਮ ਲਈ ਕਰਦਾ ਹੈ ਤੇ ਇੱਕ ਮਰਡਰਰ, ਇੱਕ ਕ੍ਰਿਮੀਨਲ ਮਾੜੇ ਕੰਮ ਲਈ ਕਰਦਾ ਹੈ। ਸੋ ਗੱਲ ਇਸਤੇਮਾਲ ਦੀ ਹੈ। ਜੇ ਤਾਂ ਕੋਈ ਧੱਕਾ ਕਰਦਾ ਉਹਦੇ ਖਿਲਾਫ ਐਕਸ਼ਨ ਹੋਵੇ। ਜੇ ਕੋਈ ਆਪਦਾ ਫਰਜ਼ ਕਰੋ ਕਿਸੇ ਹੋਰ ਧਰਮ ਚੋਂ ਸਿੱਖੀ ਦੇ ਵਿੱਚ ਕਨਵਰਟ ਹੋਣਾ ਚਾਹੁੰਦਾ ਹੋਵੇ ਤਾਂ ਉਹਨੂੰ ਹੋਣ ਦੇਣਾ ਚਾਹੀਦਾ। ਨੰਬਰ 2 ਇਹ ਹੈ ਕਿ ਐਕਸੈਸ ਆਫ ਰਿਸਟ੍ਰਿਕਸ਼ਨਸ ਹੈ ਜੋ ਕਿ ਪਰਮਿਟਡ ਹੈ ਸਟੈਨਿਸ ਲਾਜ਼ ਦੇ ਵਿੱਚ। ਪਹਿਲਾਂ ਹੋਇਆ ਸੀ, ਉਹ ਤੋਂ ਬਾਅਦ ਨਾ ਰਾਈਟ ਟੂ ਪ੍ਰਾਈਵੇਸੀ, ਇੱਕ ਆਪਣਾ ਰਾਈਟ, ਜ਼ਰੂਰੀ ਰਾਈਟ ਹੈ, ਇੰਪੋਰਟੈਂਟ ਰਾਈਟ ਹੈ, ਤੇ ਇਹ ਇਨਫ੍ਰਿੰਜ ਹੁੰਦਾ ਅੰਡਰ ਕੇਐਸ ਪੁੱਤਸਵਾਮੀ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਡਿਫਾਈਨ ਕੀਤਾ ਹੋਇਆ ਇਹਨੂੰ। ਸੋ ਦੇਅਰਫੋਰ ਕੇਪੀ ਜੀ, ਐਟ ਦੀ ਐਂਡ ਆਫ ਦ ਡੇ ਮੈਟਰ ਕੀ ਕਰਦਾ, ਐਂਟੀ ਕਨਵਰਜਨ ਬਿੱਲ ਦੇ ਵਿੱਚ ਕੋਈ ਵੀ ਚਾਹੇ ਰਿਲੇਸ਼ਨ ਹੋਵੇ ਚਾਹੇ ਰਿਲੇਸ਼ਨ ਨਾ ਹੋਵੇ, ਕੰਪਲੇਂਟ ਕਰ ਸਕਦਾ ਹੈ। ਫਰਜ਼ ਕਰੋ ਅੱਜ ਤੁਹਾਡਾ ਮਨ ਬਦਲ ਜੇ, ਤੁਸੀਂ ਕਿਸੇ ਹੋਰ ਰਿਲੀਜਨ ਦੇ ਵਿੱਚ ਕਨਵਰਟ ਹੋਣਾ ਚਾਹੋ,
ਤੁਹਾਡੇ ਖਿਲਾਫ ਕੋਈ ਵੀ ਕੰਪਲੇਂਟ ਕਰ ਸਕਦਾ ਹੈ, ਤੁਹਾਡੇ ਖਿਲਾਫ ਐਕਸ਼ਨ ਲੈ ਸਕਦਾ ਹੈ। ਹਾਊ ਇਜ਼ ਦੈਟ ਪੋਸੀਬਲ? ਜੇ ਮੈਂ ਕਹਿੰਦਾ ਵੀ ਤੁਹਾਡੇ ਨਾਲ ਕੋਈ ਧੱਕਾ ਕਰੇ ਕੇਪੀਜੀ, ਤੁਹਾਨੂੰ ਕਵੇ ਵੀ ਤੁਸੀਂ ਦੂਜੇ ਰਿਲੀਜਨ ਦੇ ਵਿੱਚ ਜਾਣਾ ਹੈ, ਤਾਂ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ। ਸੋ ਇੱਥੇ ਇੱਕ ਲਾਈਨ ਡਰਾ ਕਰਨ ਦੀ ਜ਼ਰੂਰਤ ਹੈ ਜੋ ਬੀਜੇਪੀ ਨਹੀਂ ਕਰ ਪਾ ਰਹੀ, ਕਿਉਂਕਿ ਬੀਜੇਪੀ ਆਪਦਾ ਸਟੈਂਡ ਸਪਸ਼ਟ ਨਹੀਂ ਕਰਨਾ ਚਾਹੁੰਦੀ। ਤਾਂ ਕਰਕੇ ਮੈਂ ਬ੍ਰੇਕ ਲੈ ਕੇ ਵਾਪਸ ਆ ਰਿਹਾ। ਮੈਂ ਬੀਜੇਪੀ ਤੋਂ ਫਿਰ ਇਹ ਸਵਾਲ ਜ਼ਰੂਰ ਲਵਾਂਗਾ, ਬੀਜੇਪੀ ਦਾ ਸਟੈਂਡ ਹੈ ਕੀ ਹੈ? ਕਾਂਗਰਸ ਸਵਾਲ ਪੁੱਛਦੀ ਪਈ ਹੈ, ਸਵਾਲ ਬਹੁਤ ਸਾਰੇ ਆ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਜਿਹੜੀ ਧਾਰਮਿਕ ਆਜ਼ਾਦੀ ਹੈ ਜਿਹੜੀ ਉਸ ਤੇ ਵੀ ਬਹਿਸ ਵੱਡੀ ਹੁੰਦੀ ਜਾ ਰਹੀ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਦੇਸ਼ 'ਚ ਜਬਰੀ ਧਰਮ ਪਰਿਵਰਤਨ ਤੇ ਆਏ ਦਿਨ ਬਹਿਸ ਵੱਡੀ ਕਿਉਂ ਹੁੰਦੀ ਜਾ ਰਹੀ ਹੈ? ਲਕੇਸ਼ ਨਾਰਾਇਣ ਸਾਹਿਬ, ਤੁਹਾਡਾ ਸਟੈਂਡ ਪੁੱਛ ਰਹੀ ਹੈ ਕਾਂਗਰਸ। ਦੇਖੋ ਕੇਪੀ ਜੀ, ਪਹਿਲਾਂ ਤਾਂ ਮੈਂ ਖੜਿਆਲ ਸਾਹਿਬ ਨੂੰ ਵਧਾਈ ਦੇਣਾ ਚਾਹਾਂਗਾ ਕਿ ਉਹ ਜੋ ਆਪਣੀ ਬੀ ਟੀਮ ਦੀ ਕਿਵੇਂ ਡਿਫੈਂਡ ਕਰ ਰਹੇ ਨੇ ਕਿ ਜਿਨ੍ਹਾਂ ਦੀ ਬੀ ਟੀਮ ਨਹੀਂ ਆਈ, ਅਸੀਂ ਤੁਹਾਨੂੰ ਮੀਡੀਆ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਖਾਲੀ ਕੁਰਸੀ ਲਾ ਦਿਓ, ਅਸੀਂ ਤਾਂ ਤੁਹਾਡੇ ਚੈਨਲ ਤੇ ਬੈਠੇ ਆ। ਪਰ ਇਹਨਾਂ ਦੀ ਭਾਈਵਾਲੀ ਅੱਜ ਜਗ ਜ਼ਾਹਰ ਹੋ ਗਈ ਹੈ, ਜਿਹੜੇ ਪੰਜਾਬ ਦੇ ਵਿੱਚ ਏ ਟੀਮ ਔਰ ਬੀ ਟੀਮ ਆ। ਤਾਂ ਖੜਿਆਲ ਸਾਹਿਬ ਆਪਣੀ ਆਪਾਂ ਉਧਰ ਨਾ ਜਾਈਏ ਤਾਂ ਚੰਗਾ, ਨਾਰਾ ਸਾਹਿਬ ਉਧਰ ਨਾ ਜਾਈਏ ਤਾਂ ਚੰਗਾ। ਨਹੀਂ ਦੇਖੋ ਨਾ, ਅਸੀਂ ਇੱਕ ਮੀਡੀਆ ਦੇ ਰਾਹੀਂ ਦੱਸ ਰਹੇ ਆ ਕਿ ਆ ਦੇਖੋ ਜਿਹੜੀ ਪੰਜਾਬ ਦੀ ਰੂਲਿੰਗ ਗਵਰਨਮੈਂਟ ਆ ਉਹ ਇਸ ਮੁੱਦੇ ਤੇ ਸੀਰੀਅਸ ਹੀ ਨਹੀਂ ਆ, ਗੱਲ ਹੀ ਨਹੀਂ ਕਰਨਾ ਚਾਹੁੰਦੀ। ਔਰ ਖੜਿਆਲ ਸਾਹਿਬ ਉਹ ਦੂਸਰੇ ਪਾਸੇ ਉਹਨੂੰ ਲੈ ਕੇ ਜਾਂਦੇ ਨੇ, ਉਹਨੂੰ ਡਿਫੈਂਡ ਕਰ ਰਹੇ ਨੇ ਕਿ ਲਕੇਸ਼ ਨਾਰਾਇਣ ਸਾਹਿਬ ਤੁਸੀਂ ਆਪਣਾ ਸਟੈਂਡ ਦੱਸੋ ਨਾ। ਲਕੇਸ਼ ਨਾਰਾਇਣ ਸਾਹਿਬ, ਤੁਸੀਂ ਇਹ ਕੋਈ ਚਾਹੁੰਦੇ ਹੋ ਕਿ ਜਿਹੜਾ ਟ੍ਰੈਪ ਤੁਸੀਂ ਵਿਛਾਇਆ ਉਹਦੇ 'ਚ ਕੋਈ ਫਸ ਜਾਵੇ? ਲਕੇਸ਼ ਨਾਰਾਇਣ ਸਾਹਿਬ ਆਪਣਾ ਸਟੈਂਡ ਦੱਸੋ ਨਾ, ਉਦੋਂ ਬਾਅਦ ਆਪਾਂ ਸਾਰਿਆਂ ਨੂੰ ਪੁੱਛ ਲਾਂਗੇ। ਆਮ ਆਦਮੀ ਪਾਰਟੀ ਨਹੀਂ ਆਈ, ਤੁਹਾਡਾ ਸਵਾਲ ਠੀਕ ਹੈ, ਮੈਂ ਉਸ ਸਵਾਲ ਨਾਲ ਅੱਗੇ ਤੁਰਦਾ। ਬੋਲੋ ਅੱਗੇ। ਕੇਪੀ ਜੀ, ਮੈਂ ਖੜਿਆਲ ਸਾਹਿਬ ਦੀ ਗੱਲ ਤੋਂ ਅੱਗੇ ਚੱਲ ਰਿਹਾ। ਦੇਖੋ ਭਾਰਤੀ ਜਨਤਾ ਪਾਰਟੀ ਦੇ ਇੱਕ ਬੜਾ ਕਲੀਅਰ ਸਟੈਂਡ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸੁਪਰੀਮ ਕੋਰਟ 'ਚ ਮੈਟਰ ਸਬ ਜੁਡਿਸ ਆ, ਉਸ ਤੇ ਅਸੀਂ ਉਨੀ ਹੀ ਗੱਲ ਕਰਨੀ ਆ। ਜੇ ਕੋਈ ਜਬਰੀ ਕਨਵਰਸ਼ਨ ਹੁੰਦੀ ਹੈ, ਠੀਕ ਹੈ, ਇਸ ਵੇਲੇ ਲਾਜ਼ ਹੈਗੇ ਨੇ, ਕਾਨੂੰਨ ਹੈਗਾ ਆ, ਉਹਦੇ ਵਿੱਚ ਜੇ ਸ਼ੋਧ ਦੀ ਜ਼ਰੂਰਤ ਆ, ਜੇ ਉਹਦੇ 'ਚ ਲੱਗਦਾ ਕਿ ਉਹਦੇ 'ਚ ਸ਼ੋਧ ਹੋਣੀ ਚਾਹੀਦੀ ਆ, ਕੁਝ ਹੋਰ ਸਟ੍ਰਿੰਜੈਂਟ ਐਕਸ਼ਨ ਹੋਣੇ ਚਾਹੀਦੇ ਆ, ਤਾਂ ਉਹਦੇ ਤੇ ਕੇਂਦਰ ਸਰਕਾਰ ਕਾਨੂੰਨ ਬਣਾਏਗੀ। ਇਹਦੇ 'ਚ ਕੋਈ ਸਟੈਂਡ ਕਲੀਅਰ ਹੋਣਾ ਜਾਂ ਨਹੀਂ ਹੋਣਾ ਕੋਈ ਐਸੀ ਗੱਲ ਹੀ ਨਹੀਂ ਹੈ। ਇਹ ਗੱਲ ਪਹਿਲਾਂ ਬੋਲ ਦਿੰਦੇ ਤੁਸੀਂ, ਅੱਜ ਹੁਣ ਇੰਨਾ ਲੇਟ ਕਿਉਂ ਕਰਤਾ? ਦੇਖੋ ਹਰ ਚੀਜ਼ ਹਰ ਵੇਲੇ ਬੋਲਣੀ ਕੋਈ ਜ਼ਰੂਰੀ ਨਹੀਂ ਹੁੰਦੀ। ਇਹਨਾਂ ਨੂੰ ਅਸੀਂ ਕਿਵੇਂ ਐਕਸਪੋਜ਼ ਕਰਾਂਗੇ? ਨਹੀਂ, ਮੈਨੂੰ ਤਾਂ ਐਂ ਲੱਗਦਾ ਨਾਰੰਗ ਸਾਹਿਬ ਵੀ ਕਾਂਗਰਸ ਸਵਾਲ ਕਰੇ ਫਿਰ ਤੁਸੀਂ ਜਵਾਬ ਦੇਣਾ ਹੈ, ਮੀਡੀਆ ਸਵਾਲ ਕਰੇ ਫਿਰ ਨਹੀਂ ਦੇਣਾ। ਨਹੀਂ ਕੇਪੀ ਜੀ, ਗੱਲ ਇਹ ਆ ਕਿ ਜਿਹੜੀ ਪਾਰਟੀ ਆਈ ਨਹੀਂ ਉਹਨੂੰ ਦੇਖੋ, ਆਪਾਂ ਸਭ ਨੂੰ ਮਿਲ ਕੇ ਉਹਨੂੰ ਐਕਸਪੋਜ਼ ਕਰਨਾ ਚਾਹੀਦਾ। ਉਹਨੂੰ ਡਿਫੈਂਡ ਕਰ ਰਹੇ ਨੇ ਕਿ ਉਹ ਤਾਂ ਨਹੀਂ ਆਏ, ਕੋਈ ਗੱਲ ਨਹੀਂ ਜੀ, ਇਹ ਆਏ ਨੇ, ਜੇ ਇਹ ਖਾਲੀ ਕੁਰਸੀ ਕਰ ਜਾਣ ਤੇ ਜਾਂ ਜਵਾਬ ਦੇਣ। ਨਹੀਂ, ਇਸ ਇਸ਼ੂ ਨੂੰ ਇਸ ਕਰਕੇ ਵੱਡਾ ਤਾਂ ਨਹੀਂ ਕੀਤਾ ਜਾ ਰਿਹਾ। ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਨਾਰੰਗ ਸਾਹਿਬ, ਕਿ ਬਾਕੀ ਮੁੱਦਿਆਂ ਦੀ ਗੱਲ ਨਾ ਹੋਵੇ, ਇਸ ਮੁੱਦੇ ਤੇ ਸਾਰਾ ਕੁਝ ਟੱਪ ਜਾਵੇ। ਨਾਰੰਗ ਸਾਹਿਬ, ਜਿਹੜੀ ਗੱਲ ਖਾਲਸਾ ਜੀ ਨੇ ਕਹੀ ਹੈ ਨਾ ਜੀ, ਬਿਲਕੁਲ ਉਹੀ ਚੀਜ਼ਾਂ ਨੇ ਕਨਵਰਸ਼ਨ ਦੀਆਂ, ਕਿ ਜਬਰੀ ਕਨਵਰਸ਼ਨ ਨਹੀਂ ਹੋਣੀ ਚਾਹੀਦੀ। ਔਰ ਇਹਦੇ ਵਿੱਚ ਦੇਖੋ, ਆਪਾਂ ਤੁਹਾਨੂੰ ਬਾਰ-ਬਾਰ ਆਮ ਆਦਮੀ ਪਾਰਟੀ ਦੇ ਮੈਂ ਜ਼ਿਕਰ ਕਿਉਂ ਕਰ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਆਪਾਂ ਮੈਕਸਿਮਮ ਕੇਸਿਸ ਦੇਖ ਰਹੇ ਹਾਂ ਕਿ ਜਿੱਥੇ ਕਨਵਰਸ਼ਨ ਹੋ ਰਹੀ ਹੈ ਕੁਝ ਬਾਰਡਰ ਏਰੀਆਜ਼ ਦੇ ਵਿੱਚ, ਤੇ ਉਹਦੇ ਲਈ ਜਿਹੜੀ ਸੂਬੇ ਦੀ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਨਹੀਂ ਬਣਦੀ ਹੈ। ਨਾਰਾ ਸਾਹਿਬ ਪਤਾ ਮੈਨੂੰ ਕੀ ਲੱਗਦਾ? ਨਾਰਾ ਸਾਹਿਬ, ਮੈਨੂੰ ਪਤਾ ਕੀ ਲੱਗਦਾ, ਤੁਸੀਂ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਧਰਮ ਦੇ ਮੁੱਦਿਆਂ ਤੇ ਡਿਬੇਟ 'ਚ ਕਿਉਂ ਨਹੀਂ ਆ ਰਹੀ, ਉਹਨਾਂ ਨੂੰ ਵੀ ਪਾਰਟਿਸਿਪੇਟ ਕਰਨਾ ਚਾਹੀਦਾ। ਇਹ ਠੀਕ ਹੈ ਗੱਲ, ਉਹ ਨਹੀਂ ਆਏ, ਉਹ ਠੀਕ ਹੈ, ਪਰ ਤੁਸੀਂ ਵਾਰ-ਵਾਰ ਆਮ ਆਦਮੀ ਪਾਰਟੀ ਉਹਨਾਂ ਦੀ ਹਾਇਰੀ ਕਿਉਂ ਲਵਾ ਰਹੇ ਹੋ? ਸਰ ਨਾਰੰਗ ਸਾਹਿਬ, ਉਹਨਾਂ ਦੀ ਹਾਇਰੀ ਕਿਉਂ ਲਵਾ ਰਹੇ ਹੋ ਤੁਸੀਂ? ਕੇਪੀ ਜੀ, ਜੇ ਪੰਜਾਬ ਦੇ ਵਿੱਚ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਚਲੋ ਸਵਾਲ ਨਹੀਂ, ਮੈਨੂੰ ਨਾਰੰਗ ਸਾਹਿਬ ਇੱਕ ਸਵਾਲ ਦਿਓ। 7 ਮਹੀਨੇ ਜਬਰੀ ਧਰਮ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ ਪੰਜਾਬ 'ਚ, ਕਿਉਂ ਜਿਹੀਆਂ ਗੱਲਾਂ ਕਰਦੇ ਆਪਾਂ? ਇਸ ਤੋਂ ਪਹਿਲਾਂ ਨਹੀਂ ਕੁਝ ਹੋ ਰਿਹਾ ਸੀ? ਅੱਛਾ, ਇਹਦਾ ਮਤਲਬ ਜੇ ਹੁਣ ਹੋ ਰਿਹਾ ਤਾਂ ਆਪਾਂ ਨੂੰ ਕਹੀਏ ਤੁਸੀਂ ਸਿੱਧਾ ਕਹੋ ਨਾ ਲੋਕੇਸ਼ਨ, ਤੁਸੀਂ ਸਿੱਧਾ ਕਹੋ ਕਿ ਇੱਥੇ ਲਾ ਬਣਨਾ ਚਾਹੀਦਾ ਸਟੇਟ ਦਾ ਵੱਖਰਾ, ਇਹ ਕਹਿਣਾ ਚਾਹੁੰਦੇ ਹੋ? ਮੈਂ ਤੁਹਾਨੂੰ ਇਹ ਕਹਿ ਰਿਹਾ, ਖੜਿਆਲ ਸਾਹਿਬ ਨੇ ਕਿਹਾ ਕਿ ਲਾਅ ਪਹਿਲਾਂ ਹੈਗਾ ਆ, ਜੇ ਉਹਦੇ 'ਚ ਕੋਈ ਹੋਰ ਅਮੈਂਡਮੈਂਟ ਦੀ ਜ਼ਰੂਰਤ ਹੈ ਤਾਂ ਉਹਨੂੰ ਪਾਰਲੀਮੈਂਟ ਅਮੈਂਡ ਕਰ ਦੇਗੀ। ਚਲੋ, ਸਟੇਟ ਅਸੈਂਬਲੀ ਚਾਹੀਦੀ, ਸਟੇਟ ਅਸੈਂਬਲੀ ਅਮੈਂਡ ਕਰ ਦੇਗੀ। ਖਾਲਸਾ ਜੀ, ਤੁਸੀਂ ਕਹਿ ਰਹੇ ਹੋ ਕਿ ਲਾ ਬਣਨ ਨਾਲ ਚੀਜ਼ਾਂ ਨਹੀਂ ਸੁਧਰਨ ਵਾਲੀਆਂ, ਇਹਦੇ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਇਹ ਵਾਰ-ਵਾਰ ਪੋਲੀਟੀਕਲ ਪਾਰਟੀ ਕਹਿੰਦੀਆਂ ਸੋਧ ਵੀ ਹੋ ਜਾਵੇ, ਵੱਖਰਾ ਕਾਨੂੰਨ ਜਾਂ ਸਖਤ ਕਾਨੂੰਨ ਵੀ ਬਣ ਜਾਵੇ, ਕੁਝ ਸਟੇਟਸ ਵਿੱਚ ਪਹਿਲਾਂ ਹੈਗਾ। ਖਾਲਸਾ ਜੀ, ਇਹਦਾ ਹੱਲ ਕੀ ਹੈਗਾ, ਸੋਲੂਸ਼ਨ ਹੈਗਾ ਤੁਹਾਡੇ ਕੋਲ ਕੋਈ? ਕੇਪੀ ਸਿੰਘ ਜੀ, ਮੈਂ ਇੱਕ ਹੋਰ ਪੱਖ ਜਿਹੜਾ ਹੈ ਨਾ ਉਹਨੂੰ ਵਿਚਾਰਨਾ ਚਾਹੁੰਦਾ। ਪਹਿਲਾਂ ਜਿਵੇਂ ਖੜਿਆਲ ਸਾਹਿਬ ਨੇ ਕਿਹਾ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਆਲਰੇਡੀ ਐਕਟ ਹੈਗਾ, ਕਾਨੂੰਨ ਹੈਗਾ, ਔਰ ਕਾਨੂੰਨ ਦੇ ਵਿੱਚ ਸਖਤ ਸਜ਼ਾ ਹੈ, ਕੋਈ ਏਡੀ ਮਾਮੂਲੀ ਜਿਹਾ ਨਹੀਂ ਵੀ ਉਹ ਕਾਨੂੰਨ ਨੂੰ ਬਹੁਤ ਹੋਰ ਸਖਤ ਕਰਨ ਦੀ ਬੜੀ ਲੋੜ ਹੈ। ਅੱਜ ਇਹ ਕਾਨੂੰਨ ਬਣਾਉਣ ਦੀ ਦੁਬਾਰਾ ਗੱਲ ਕਿਉਂ ਚੱਲ ਰਹੀ ਹੈ?
ਜਦ ਇਹ ਕਾਨੂੰਨ ਹੈ ਉਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਤੇ ਫਿਰ ਇਹ ਹੋਰ ਕਾਨੂੰਨ ਬਣਾਉਣ ਦੀ ਗੱਲ ਕਿਉਂ ਚੱਲ ਰਹੀ ਹੈ? ਮੈਨੂੰ ਇੰਜ ਜਾਪਦਾ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਸਾਰੀ ਧਰਮ ਦੀ ਸਿਆਸਤ ਕਰ ਰਹੀ ਹੈ, ਆਪਣੀ ਉਸ ਧਰਮ ਦੀ ਸਿਆਸਤ ਨੂੰ ਹੋਰ ਵਧਾਉਣ ਦੇ ਵਾਸਤੇ ਇਹਨੂੰ ਇੱਕ ਟੂਲ ਦੇ ਤੌਰ ਤੇ ਵਰਤਣਾ ਚਾਹੁੰਦੀ ਹੈ। ਤੇ ਫਿਰ ਖਾਲਸਾ ਜੀ ਮੇਰਾ ਇੱਕ ਸਵਾਲ ਲੈ ਲਓ ਨਾਲ। ਫਿਰ ਇਹ ਜਿਹੜੀ ਧਰਮ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ, ਤੁਸੀਂ ਬੀਜੇਪੀ ਦਾ ਇਕੱਲਾ ਜ਼ਿਕਰ ਕਰ ਰਹੇ ਹੋ, ਹੋਰ ਵੀ ਪਾਰਟੀਆਂ, ਅਕਾਲੀ ਦਲ ਵੀ ਕਰਦਾ ਧਰਮ ਦੀ ਸਿਆਸਤ। ਮੇਰਾ ਸਵਾਲ ਹੈ ਖਾਲਸਾ ਜੀ, ਇਹ ਸਾਰਾ ਜਿਹੜਾ ਟਰੈਪ ਹੈ ਉਹ ਇਕੱਠਾ ਕੀਤਾ ਜਾ ਰਿਹਾ ਕਿ ਸਾਰੀਆਂ ਪਾਰਟੀਆਂ ਹਾਂ ਦੇ ਵਿੱਚ ਹਾਂ ਮਿਲਾਣ ਨਾ ਕੋਈ ਨਾ ਕਰ ਸਕੇ? ਨਹੀਂ, ਦੇਖੋ ਮਾਹੌਲ ਤੇ ਉਹੋ ਜਿਹਾ ਹੀ ਕ੍ਰੀਏਟ ਕੀਤਾ ਜਾ ਰਿਹਾ ਹੈ। ਹਾਂ ਹੁਣ ਦੇਖੋ, ਇੱਕ ਗੱਲ ਮੈਂ ਹੋਰ ਛੋਟੀ ਜਿਹੀ ਸਾਂਝੀ ਕਰਨਾ ਚਾਹੁੰਦਾ ਜੀ, ਕਿ ਅਗਰ ਕੋਈ ਭਾਰਤ ਦੇ ਵਿੱਚ ਰਹਿੰਦਾ ਹੋਇਆ ਮੰਨ ਲਓ ਧਰਮ ਪਰਿਵਰਤਨ ਕਰਦਾ ਵੀ ਹੈ, ਮੈਂ ਜਿਹੜਾ ਵਸਟ ਹੈ ਜਿਹਦੇ ਅਸੀਂ ਇਫੈਕਟਡ ਹਾਂ, ਜਿਹੜਾ ਸਾਨੂੰ ਦਰਦ ਹੈ ਕਿ ਕੁਝ ਸਿੱਖਾਂ ਨੂੰ ਜਿਹੜੇ ਭੋਲੇ ਭਾਲੇ ਨੇ ਜਾਂ ਗਰੀਬ ਨੇ ਜਾਂ ਲਤਾੜੇ ਹੋਏ ਨੇ, ਉਹਨਾਂ ਨੂੰ ਈਸਾਈ ਮਤ 'ਚ ਕਨਵਰਟ ਕੀਤਾ ਜਾ ਰਿਹਾ। ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਜਿਹੜਾ ਇਹ ਕਹਿਆ ਜਾ ਰਿਹਾ ਹੈ ਕਿ ਇਹਦੇ ਨਾਲ ਜੀ ਦੇਸ਼ ਨੂੰ ਖਤਰਾ ਹੋਏਗਾ, ਕੀ ਉਹ ਧਰਮ ਪਰਿਵਰਤਨ ਕਰਨ ਦੇ ਨਾਲ ਦੇਸ਼ ਵਿਰੋਧੀ ਹੋ ਜਾਂਦੇ ਨੇ? ਚਲੋ ਮੈਂ ਆ ਰਿਹਾ ਖਾਲਸਾ ਜੀ, ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਚੁੱਕਿਆ। ਖੜਿਆਲ ਸਾਹਿਬ, ਦੇਸ਼ ਦੀ ਸੁਰੱਖਿਆ ਨੂੰ ਖਤਰੇ ਨਾਲ ਇਹਦਾ ਕੋਈ ਲਿੰਕ ਹੈਗਾ? ਦੇਖੋ, ਭਾਰਤੀ ਜਨਤਾ ਪਾਰਟੀ ਬੀਇੰਗ ਦ ਸੈਂਟਰਲ ਗਵਰਨਮੈਂਟ, ਇਹਨਾਂ ਨੂੰ ਜੇ ਡਿਫਾਈਨ ਕਰਦੇ ਨੇ ਵੀ ਸਟੈਂਡ ਕੀ ਹੈ, ਉਹਦੇ ਨਾਲ ਪਤਾ ਲੱਗੂ ਵੀ ਖਤਰਾ ਹੈ ਕਿ ਖਤਰਾ ਨਹੀਂ ਹੈ। ਕਿਉਂਕਿ ਸੈਂਟਰ ਕੋਲੇ ਸਾਰਾ ਡੇਟਾ ਆਉਂਦਾ, ਸਾਰਾ ਸਟੈਟਿਸਟਿਕ ਆਉਂਦਾ ਹੈ, ਹੋਮ ਮਿਨਿਸਟਰੀ ਕੋਲ ਸਾਰੀ ਰਿਪੋਰਟਿੰਗ ਹੁੰਦੀ ਹੈ, ਰਿਪੋਰਟੇਜ ਹੁੰਦੀ ਹੈ, ਸਾਰੇ ਬਿਊਰੋਕਰੈਟਸ, ਐਵਰੀਬਾਡੀ ਇਜ਼ ਅਕਾਊਂਟੇਬਲ ਟੂ them। ਸੋ ਇਹ ਜੇ ਕਹਿ ਰਿਹਾ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਵੀ ਕਨਵਰਜਨ ਇੱਕ ਤੁਸੀਂ ਵੀ ਇੰਤਿਆਜ਼ ਦਾ ਸਟੈਂਡ ਸਪਸ਼ਟ ਨਹੀਂ ਕਰਦੇ ਪਏ ਖੜਿਆਲ ਸਾਹਿਬ, ਤੁਸੀਂ ਆਪਦਾ ਸਟੈਂਡ ਦੱਸੋ ਨਾ। ਨਹੀਂ, ਮੇਰਾ ਸਵਾਲ ਲੈ ਲਓ ਖੜਿਆਲ ਸਾਹਿਬ, ਮੇਰਾ ਸਵਾਲ ਲਓ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈਗਾ ਜੇ ਜਬਰੀ ਧਰਮ ਪਰਿਵਰਤਨ ਹੁੰਦਾ? ਤੁਸੀਂ ਇਹਦਾ ਸਿੱਧਾ ਜਵਾਬ ਦਿਓ ਨਾ। ਦੇਖੋ, ਇਹ ਗੱਲ ਤਾਂ ਇਹ ਹੈ ਨਾ, ਮੈਟਰ ਆਫ ਸਟੈਟਿਸਟਿਕਸ ਹੈ। ਮੈਂ ਕੋਈ ਕੋਰਟ ਤਾਂ ਹੈ ਨਹੀਂ, ਨਾ ਹੀ ਮੇਰੇ ਕੋਲ ਕੋਈ ਜੁਡੀਸ਼ੀਅਲ ਅਥਾਰਟੀ ਹੈ ਜੋ ਮੈਂ ਫੈਸਲਾ ਸੁਣਾ ਸਕਾਂ। ਮੈਂ ਇੱਕ ਆਮ ਨਾਗਰਿਕ ਹਾਂ ਤੇ ਮੈਂ ਕੰਸਰਨ ਤੁਹਾਨੂੰ ਦੱਸ ਦੇਣਾ ਕੀ ਹੈ। ਤੇ ਜਿੱਥੇ ਤੱਕ ਧੱਕੇ ਨਾਲ ਕਨਵਰਜਨ ਹੁੰਦੀ ਹੈ, ਬੰਦਾ ਧੱਕੇ ਨਾਲ ਕਿਸੇ ਨੂੰ ਕਵੇ ਵੀ ਤੂੰ ਕਨਵਰਟ ਕਰ ਇੱਕ ਧਰਮ ਤੋਂ ਦੂਜੇ ਦੇ ਵਿੱਚ, ਉਹਦੇ ਖਿਲਾਫ ਐਕਸ਼ਨ ਹੋਵੇ ਜਿਹੜਾ ਧੱਕਾ ਕਰਦਾ ਹੈ। ਜਿਹੜਾ ਆਪ ਬੰਦਾ ਕਨਵਰਟ ਹੋਣਾ ਚਾਹੁੰਦਾ ਇੱਕ ਰਿਲੀਜਨ ਤੋਂ ਦੂਜੇ ਰਿਲੀਜਨ ਦੇ ਵਿੱਚ, ਉਹ ਉਹਦਾ ਹੱਕ ਹੈ। ਖੜਿਆਲ ਸਾਹਿਬ, ਇਹ ਰੈਪੂਟੇਸ਼ਨ ਹੈ ਖੜਿਆਲ ਸਾਹਿਬ। ਮੇਰਾ ਸਵਾਲ ਤਾਂ ਬੜਾ ਸਿੱਧਾ ਖੜਿਆਲ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦਾ ਸਟੈਂਡ ਦੱਸ ਦਿਓ ਸਰ। ਇਹ ਬੇਸਿਕਲੀ ਜੇ ਖਾਲਸਾ ਜੀ ਨੇ ਸਵਾਲ ਚੁੱਕਿਆ, ਇਹ ਰਾਸ਼ਟਰਵਾਦ ਵਾਲੀ ਜਿਹੜੀ ਪੋਲਿਟਿਕਸ ਹੈ, ਸਿੱਧਾ ਉਹਨਾਂ ਤੇ ਨਿਸ਼ਾਨਾ ਹੈ ਖਾਲਸਾ ਜੀ ਦਾ। ਹੁਣ ਮੈਂ ਤੁਸੀਂ ਕਿਹਾ ਵੀ ਇਹ ਰੈਪੀਟੇਸ਼ਨ ਹੈ, ਇਹ ਤੁਹਾਡੇ ਸਵਾਲ ਦਾ ਜਵਾਬ ਹੈ, ਕਿਉਂਕਿ ਤੁਹਾਨੂੰ ਜਵਾਬ ਪਹਿਲੇ ਸੈਗਮੈਂਟ ਦੇ ਵਿੱਚ ਸਮਝ ਨਹੀਂ ਆਇਆ ਸੀਗਾ ਵੀ ਕਾਂਗਰਸ ਪਾਰਟੀ ਦਾ ਮੈਨੂੰ ਬਿਲਕੁਲ ਸਮਝ ਨਹੀਂ ਆਇਆ, ਬਿਲਕੁਲ ਸਮਝ ਨਹੀਂ ਆਇਆ। ਮੈਂ ਚਾਹੁੰਦਾ ਕਿ ਮੈਨੂੰ ਸਮਝ ਨਹੀਂ ਆਇਆ, ਮੇਰੇ ਦਰਸ਼ਕ ਨੂੰ ਵੀ ਸਮਝ ਨਹੀਂ ਆਇਆ, ਸਮਝਾ ਦਿਓ ਨਾ ਤੁਹਾਡਾ ਸਟੈਂਡ ਕੀ ਹੈ। ਸਰ ਸੁਣੋ, ਦਰਸ਼ਕ ਮੈਂ ਵੀ ਹੈ, ਦਰਸ਼ਕ ਇੱਥੇ ਵੀ ਬੈਠੇ ਹੈ, ਤੁਹਾਨੂੰ ਕਿਸੇ ਦਰਸ਼ਕ ਨੇ ਕਿਹਾ ਵੀ ਨਹੀਂ ਸਮਝ ਆਇਆ? ਨਹੀਂ ਸਮਝ ਆਇਆ ਨਾ ਖੜਿਆਲ ਸਾਹਿਬ, ਨਹੀਂ ਸਮਝ ਆਇਆ। ਕਾਂਗਰਸ ਦਰਸ਼ਕ ਇਹ ਕਹਿ ਰਹੇ ਹੈ ਵੀ ਜੋ ਤੁਸੀਂ ਕਹਿ ਰਹੇ ਹੋ ਉਹ ਨਹੀਂ ਉਹਨਾਂ ਨੂੰ ਸਮਝ ਆ ਰਿਹਾ। ਕੇਪੀ ਜੀ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਜਾਂ ਨਹੀਂ ਸਰ? ਸਿੱਧਾ ਸਵਾਲ ਫਿਰ ਦੁਬਾਰਾ ਕਰ ਰਹੇ ਹਾਂ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਜਾਂ ਨਹੀਂ? ਹੁਣ ਮੈਂ ਦੱਸਦਾ, ਹੁਣ ਮੇਰਾ ਜਵਾਬ ਨੇ ਮੈਨੂੰ 20 ਬੋਲੋ। ਪਹਿਲਾਂ ਤਾਂ ਇਹ ਮੈਟਰ ਸੁਪਰੀਮ ਕੋਰਟ ਦੇ ਵਿੱਚ ਕਿਉਂ ਹੈ? ਜੋ ਤੁਸੀਂ ਸਵਾਲ ਕਰ ਰਹੇ ਹੋ, ਇਹ ਮੈਟਰ ਦਾ ਜਵਾਬ ਕਿੱਥੇ ਮਿਲੂਗਾ? ਕੋਰਟ ਦੇ ਵਿੱਚ ਮਿਲੂਗਾ ਜਾਂ ਡਿਬੇਟ ਦੇ ਵਿੱਚ ਮਿਲੂਗਾ ਜਾਂ ਬਾਹਰ ਲੋਕ ਦੇਣਗੇ? ਇਹ ਡਿਸਾਈਡ ਕਰਨਾ ਕੋਰਟ ਨੇ ਵੀ ਖਤਰਾ ਹੈ, बन सकता है। मैं छोटा ब्रेक लेके वापस आ रहा, मैं आ रहा छोटा ब्रेक लेके वापस आ रहा, मैं आ रहा एक छोटा ब्रेक लेके वापस आ रहा। बहुत सारे सवाल ਇਹੋ ਜਿਹੇ ਆ ਜਿਨ੍ਹਾਂ ਸਵਾਲਾਂ ਤੇ ਸਿਆਸਤ ਨੂੰ ਆਪਣੇ ਸਟੈਂਡ ਸਪਸ਼ਟ ਕਰਨੇ ਪੈਣਗੇ, ਚਾਹੇ ਉਹ ਕਿਸੇ ਵੀ ਧਿਰ ਦੀ ਸਿਆਸਤ ਹੋਵੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਦੇਸ਼ ਜਬਰੀ ਧਰਮ ਪਰਿਵਰਤਨ ਤੇ ਅੱਜ ਦਿਨ ਬਹਿਸ ਵੱਡੀ ਕਿਉਂ ਹੁੰਦੀ ਜਾ ਰਹੀ ਹੈ? ਪਰਮਵੀਰ ਸਿੰਘ, ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਬਰੀ ਧਰਮ ਪਰਿਵਰਤਨ ਕੀਤਾ ਗਿਆ, ਤੁਹਾਡੇ ਕੋਲ ਰਿਪੋਰਟਸ ਹੈ ਕੁਝ? ਦੇਖੋ ਜੀ, ਅਕਾਲ ਤਖਤ ਤੋਂ ਜਿਹੜੇ ਸਾਡੇ ਜਥੇਦਾਰ ਸਾਹਿਬ ਹੈ, ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਜਿਹੜਾ ਜਬਰੀ ਧਰਮ ਪਰਿਵਰਤਨ ਹੈ ਉਹ ਪੰਜਾਬ ਦੇ ਵਿੱਚ ਹੋ ਰਿਹਾ, ਪਰ ਕਿਤੇ ਨਾ ਕਿਤੇ ਦੇਖੋ ਇਹ ਜਿਹੜਾ ਮੁੱਦਾ ਹੈ ਇਹਨੂੰ ਪੋਲਿਟਿਕਸ ਤੇ ਜਰੀਏ ਦੇ ਨਾਲ ਨਹੀਂ। ਪਰਮਵੀਰ ਜੀ, ਮੇਰਾ ਸਵਾਲ ਹੋ ਰਿਹਾ, ਪਰਮਵੀਰ ਜੀ ਮੇਰਾ ਸਵਾਲ ਹੋ ਰਿਹਾ, ਪਲੀਜ਼ ਉਹਨੂੰ ਸਮਝੋ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਬਰੀ ਧਰਮ ਪਰਿਵਰਤਨ ਹੋ ਰਿਹਾ, ਅਕਾਲੀ ਦਲ ਦਾ ਸਟੈਂਡ ਕੀ ਹੈ ਜਾਂ ਅਕਾਲੀ ਦਲ ਦਾ ਇੰਤੇ ਕਮੈਂਟ ਕੀ ਹੈ? ਹੋ ਰਿਹਾ ਜਾਂ ਨਹੀਂ ਹੋ ਰਿਹਾ?
ਦੇਖੋ ਉਹਦੇ ਵਿੱਚ ਜਿਹੜੇ ਐਸਜੀਪੀਸੀ ਦੇ ਸਾਡੇ ਮੈਂਬਰ ਹੈ, ਨੁਮਾਇੰਦੇ ਹੈ, ਉਹਨਾਂ ਨੇ ਗੁਰਚਰਨ ਗਰੇਵਾਲ ਜੀ ਨੇ ਬੜਾ ਕੀ ਸਰ ਕਹਿੰਦੇ ਮੈਂ ਬੋਲ ਸਾਫ਼ ਦਿੰਦਾ ਲਫ਼ਜ਼ਾਂ ਕਿਉਂ ਦੇ ਤੁਸੀਂ ਵਿੱਚ ਇੰਨਾ ਘਬਰਾਈ ਜਾਂਦੇ ਹੋ? ਡਿਬੇਟ ਹੀ ਆ ਸਰ, ਕਿਉਂ ਘਬਰਾਈ ਜਾਂਦੇ ਹੋ? ਮੈਂ ਦੱਸਦਾ, ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਮਜੀਠਾ, ਤਰਨਤਾਰਨ, ਅਜਨਾਲਾ, ਅੰਮ੍ਰਿਤਸਰ ਵਿੱਚ ਹੋਇਆ ਜਾਂ ਨਹੀਂ ਸਰ ਹੋਇਆ? ਮੈਂ ਜੇ ਜਵਾਬ ਮੈਂ ਸਟੈਂਡ ਹੀ ਕਲੀਅਰ ਕਰ ਰਿਹਾ ਜੀ। ਮੈਂ ਕਹਿ ਰਿਹਾ ਵੀ ਐਸਜੀਪੀਸੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਗੁਰਚਰਨ ਸਿੰਘ ਗਰੇਵਾਲ ਜੀ ਨੇ ਕੱਲ ਮੀਡੀਆ ਦੇ ਵਿੱਚ, ਕਿਉਂਕਿ ਇਹ ਪੋਲਿਟਿਕਸ ਚੱਲ ਰਹੀ ਹੈ, ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ। ਅਗਰ ਤੁਸੀਂ ਸਟੈਟਿਕਸ ਦੀ ਗੱਲ ਕਰੋ, ਲਕਸ਼ਦੀਪ ਹੋ ਗਿਆ, ਨਾਰਥ ਈਸਟ ਹੋ ਗਿਆ, J&K ਹੋ ਗਿਆ, ਹੋਰ ਹੋ ਗਿਆ, ਜਿੱਥੇ ਹਿੰਦੂ ਜਿਹੜੇ ਸਾਡੇ ਰਿਲੀਜਨ ਦੇ ਬੰਦੇ ਉਹਨਾਂ ਦੀ ਗਿਣਤੀ ਕਿਤੇ ਪੰਜਾਬ ਦੇ ਨਾਲੋਂ 10 ਗੁਣਾ ਜ਼ਿਆਦਾ ਤਰੀਕੇ ਨਾਲ ਘਟੀ ਜਾ ਰਹੀ ਹੈ, ਬਟ ਪੰਜਾਬ ਨੂੰ ਟਾਰਗੇਟ, ਮੈਂ ਉਹੀ ਗੱਲ ਇੱਕ ਮਿੰਟ ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਸੁਣ ਲਓ ਸਰ, ਇਹ ਪਹਿਲਾਂ ਵੀ ਤੁਸੀਂ ਬੋਲ ਚੁੱਕੇ ਹੋ ਸਰ, ਆਪਾਂ ਰਿਪੀਟ ਕਰੀ ਜਾਂਦੇ ਚੀਜ਼ਾਂ। ਇਹ ਸਰਹੱਦੀ ਜਿਹੜਾ ਸਰਹੱਦ ਦਾ ਮੈਂ ਸਵਾਲ ਕੀਤਾ ਤੁਹਾਨੂੰ, ਸਵਾਲ ਇਹ ਮੈਂ ਪੁੱਛ ਰਿਹਾ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈਗਾ ਜੇ ਜਬਰੀ ਧਰਮ ਪਰਿਵਰਤਨ ਹੁੰਦਾ? ਮੇਰਾ ਸਿੱਧਾ ਸਵਾਲ ਹੈ ਪਰਮਵੀਰ ਜੀ। ਦੇਖੋ ਜੀ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਦੇਸ਼ ਦੀ ਸੁਰੱਖਿਆ ਨੂੰ ਹੈ, ਇਹ ਜਿਹੜੀ ਪਟੀਸ਼ਨ ਪਾਈ ਗਈ ਆ ਅਸ਼ਵਨੀ ਉਪਾਧਿਆਏ ਜਿਹੜੇ ਬੀਜੇਪੀ ਦੇ ਨਾਲ, ਔਰ ਇਹੀ ਗੱਲ ਸੁਪਰੀਮ ਕੋਰਟ ਨੇ ਸੈਂਟਰ ਨੂੰ ਕਹੀ ਹੈ ਵੀ ਇਹ ਤਿੰਨ ਚੀਜ਼ਾਂ ਦੇ ਉੱਪਰ, ਨੈਸ਼ਨਲ ਸੇਫਟੀ, ਫਰੀडम ਆਫ ਰਿਲੀਜੀਅਨ ਐਂਡ ਫਰੀडम ਆਫ ਕੌਨਸ਼ੀਅਸਨੈਸ ਦੇ ਉੱਪਰ ਐਫੀਡੇਵਿਟ ਫਾਈਲ ਕਰੋ, ਕਿਉਂਕਿ ਜਿਹੜੇ ਸਟੈਟਿਕਸ ਹੈ ਉਹ ਕੋਰਟ ਦੇ ਅੱਗੇ ਕਿਹਨੇ ਰੱਖਣੇ ਆ? ਉਹ ਸੈਂਟਰ ਸਰਕਾਰ ਨੇ ਰੱਖਣੇ। ਦੱਸੋ ਨਾ ਸਰ, ਅਕਾਲੀ ਦਲ ਦਾ ਸਟੈਂਡ ਕੀ ਹੈ? ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਜਬਰੀ ਧਰਮ ਪਰਿਵਰਤਨ ਜਾਂ ਨਹੀਂ? ਡਾਟਾ ਦੇਖੋ ਖਤਰਾ ਉਦੋਂ ਹੀ ਦੱਸ ਸਕਦੇ ਜਦੋਂ ਸਾਡੇ ਕੋਲ ਡਾਟਾ ਹੋਏਗਾ। ਚਲੋ ਠੀਕ ਬਾਰ-ਬਾਰ ਕਹਿ ਰਹੇ ਖਾਲਸਾ ਜੀ, ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਤੁਸੀਂ ਗੱਲ ਨਹੀਂ ਪੂਰੀ ਕੰਪਲੀਟ ਹੋਣ ਦੇ ਰਹੇ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਐਸਜੀਪੀਸੀ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ। ਠੀਕ ਹੈ ਪਰਮਵੀਰ ਜੀ, ਤੁਹਾਡਾ ਟੇਕ ਆ ਗਿਆ ਪਰਮਵੀਰ ਜੀ, ਮਾਫ ਕਰਨਾ, ਅੱਜ ਮੈਂ ਜ਼ਿਆਦਾ ਥੋੜਾ ਜਿਹਾ ਕਾਊਂਟਰ ਕਰ ਗਿਆ ਤੁਹਾਨੂੰ, ਮਾਫ ਕਰਨਾ ਪਰਮਵੀਰ ਜੀ, ਮਾਫ ਕਰਨਾ, ਮੈਂ ਮਾਫੀ ਮੰਗਦਾ। ਰਜਿੰਦਰ ਖਾਲਸਾ ਜੀ, ਤੁਸੀਂ ਇਹ ਸਵਾਲ ਖੜਾ ਕਰਕੇ ਸਾਰੀਆਂ ਹੀ ਪਾਰਟੀਆਂ ਨੂੰ ਉਲਝਾਤਾ ਖਾਲਸਾ ਜੀ। ਨਹੀਂ, ਮੈਂ ਤਾਂ ਜਿਹੜਾ ਸਵਾਲ ਕੁਦਰਤੀ ਆ ਰਿਹਾ ਹੈ ਉਹ ਸਵਾਲ ਚੁੱਕਿਆ, ਮੈਂ ਕਿਉਂ ਆਪਣੇ ਕੋਲੋਂ ਸਵਾਲ ਨਹੀਂ ਬਣਾਇਆ। ਅੱਜ ਇਹ ਸਵਾਲ ਆਉਣਾ ਬੜਾ ਜ਼ਰੂਰੀ ਹੈ, ਕਿਉਂਕਿ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਜਿਵੇਂ ਇੱਕ ਕੌਮ ਹੀ ਦੇਸ਼ ਭਗਤ ਹੈ, ਬਾਕੀ ਸਾਰੇ ਜਿਹੜੇ ਨੇ ਉਹ ਦੇਸ਼ ਦੇ ਵਿਰੋਧੀ ਨੇ। ਜਿਸ ਵੇਲੇ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਹੋਵੇ, ਇਹ ਗੱਲਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਨੇ। ਫਿਰ ਇਹ ਸੋਚਣਾ ਪੈਂਦਾ ਹੈ ਕਿ ਇਹ ਜਿਹੜੇ ਅਦਾਲਤ ਵਿੱਚ ਜੋ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸੇ ਇਸੇ ਨੀਅਤ ਨਾਲ ਤੇ ਨਹੀਂ ਕੀਤੀ ਜਾ ਰਹੀ। ਤੇ ਖਾਲਸਾ ਜੀ, ਫਿਰ ਪੋਲੀਟੀਕਲ ਪਾਰਟੀਆਂ ਆਪਣਾ ਸਟੈਂਡ ਕਿਉਂ ਨਹੀਂ ਸਪਸ਼ਟ ਕਰਦੀਆਂ ਪਈਆਂ ਇਸ ਮੁੱਦੇ ਤੇ? ਜ਼ਰੂਰਤ ਨਹੀਂ ਹੈ ਜੀ ਸੱਚ ਬੋਲਣ ਦੀ। ਤੇ ਖਾਲਸਾ ਜੀ, ਫਿਰ ਸੰਵਾਦ ਕਿਵੇਂ ਹੋਊਗਾ, ਵਿਚਾਰ ਕਿਵੇਂ ਹੋਊਗਾ ਸਰ? ਅਸੀਂ ਆਪਣੇ ਕਾਰਡਸ ਲੁਕਾ ਕੇ ਰੱਖਣਾ ਚਾਹੁੰਦੇ ਆ, ਖੋਲਣਾ ਨਹੀਂ ਚਾਹੁੰਦੇ ਸਾਰਿਆਂ ਦੇ ਸਾਹਮਣੇ। ਨਾਰੰਗ ਸਾਹਿਬ, ਕਾਰਡ ਖੋਲ ਦੋ ਨਾ। ਦੇਖੋ ਕੀਪੀ ਜੀ, ਮੈਂ ਪਹਿਲਾਂ ਵੀ ਖਾਲਸਾ ਜੀ ਦਾ ਸਵਾਲ ਜਿਹੜਾ ਸੁਣਿਆ, ਖੜਿਆਲ ਜੀ ਦਾ ਸੁਣਿਆ। ਗੱਲ ਦੇਖੋ, ਜਿਹੜੀ ਮੈਂ ਕਹਿ ਰਿਹਾ, ਖੜਿਆਲ ਜੀ ਨੇ ਵੀ ਹੋਈ ਕਿ ਜੇ ਮਾਮਲਾ ਸੁਪਰੀਮ ਕੋਰਟ 'ਚ ਸਬਜੂਡਿਸ ਹੈ ਤਾਂ ਆਪਾਂ ਉਹਦੇ ਤੇ ਇੱਕ ਲਿਮਿਟ ਤੋਂ ਜ਼ਿਆਦਾ ਕਮੈਂਟ ਨਹੀਂ ਕਰ ਸਕਦੇ। ਪਰ ਹਾਂ, ਇਸ ਗੱਲ ਤੇ ਮੈਂ ਤੁਹਾਨੂੰ ਜਵਾਬ ਦਊਂਗਾ, ਕਿਉਂਕਿ ਖਾਲਸਾ ਜੀ ਨੇ ਸਵਾਲ ਚੱਕਿਆ। ਜੇ ਕਨਵਰਸ਼ਨ ਦੇ ਨਾਲ ਕੁਝ ਐਂਟੀ ਨੈਸ਼ਨਲ ਐਕਟੀਵਿਟੀਜ਼ ਹੋ ਰਹੀਆਂ ਨੇ, ਉਹਨਾਂ ਨੂੰ ਜਿਹੜੇ ਫੰਡਿੰਗ ਕਰਨ ਵਾਲੇ ਕੋਈ ਐਂਟੀ ਨੈਸ਼ਨਲ ਲੋਕ ਨੇ, ਜਾਂ ਕੁਝ ਐਸਾ ਮਿਨਿਸਟਰੀ ਆਫ ਹੋਮ ਜਾਂ ਹੋਰ ਕਿਸੇ ਏਜੰਸੀ ਕੋਲ ਇਨਪੁਟਸ ਆਉਂਦੀਆਂ ਨੇ, ਤਾਂ ਸਰਟਨਲੀ ਇਹ ਕਨਵਰਸ਼ਨ ਕਰਨ ਵਾਲੇ ਔਰ ਕਰਵਾਉਣ ਵਾਲੇ ਰਾਸ਼ਟਰ ਲਈ ਖਤਰਾ ਹੋ ਸਕਦੇ ਨੇ। ਔਰ ਬਾਕੀ ਜਿਹੜੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਨਾ ਜੀ ਕਿ ਮਾਹੌਲ ਬਣਾਇਆ ਜਾ ਰਿਹਾ, ਖਾਲਸਾ ਜੀ ਕੋਈ ਐਸਾ ਮਾਹੌਲ ਨਹੀਂ ਬਣਾਇਆ ਜਾ ਰਿਹਾ। ਆਪਾਂ ਪੰਜਾਬ 'ਚ ਹਾਲਾਤ ਦੇਖ ਰਹੇ ਹਾਂ ਕੀ ਆ। ਜੋ ਸਰਕਾਰ ਹੈ ਉਹ ਹਰ ਜਗ੍ਹਾ ਫੇਲ ਹੋਈ ਹੈ। तो जो सेंटर ਦੇ ਇਨਪੁਟਸ ਆਈਆਂ ਨੇ ਉਹਦੇ ਮੁਤਾਬਕ ਉਹਨਾਂ ਨੂੰ ਅਲਰਟ ਕੀਤਾ ਗਿਆ, ਉਹਦੇ ਬਾਵਜੂਦ ਵਾਰਦਾਤਾਂ ਹੋਈਆਂ ਨੇ। ਤੇ ਐਸਾ ਕੋਈ ਗੱਲ ਨਹੀਂ ਹੈਗੀ, ਸਿਰਫ ਆਪਾਂ ਇੱਕ ਗਲਤ ਮਾਹੌਲ ਬਣਾਇਆ ਜਾ ਰਿਹਾ ਕੇਂਦਰ ਸਰਕਾਰ ਦੇ ਖਿਲਾਫ ਵੀ ਉਹ ਕਿਸੇ ਇੱਕ ਪਾਰਟਿਕੂਲਰ ਕਮਿਊਨਿਟੀ ਦੇ ਖਿਲਾਫ ਹੈ ਜਾਂ ਦੂਸਰੀ ਕਮਿਊਨਿਟੀ ਦੇ ਖਿਲਾਫ ਹੈ। ऐसा कुछ नहीं है। जे कन्वर्शन करने वाले, मैं फिर रिपीट कर रहा, बड़ी जिम्मेदारी ने गल कह रहा, जे कन्वर्शन कराने वाले ते उन्होंने पिछे फंडिंग करने वाले एंटी नैशनल लोग होणगे तो उन्होंने खिलाफ कार्रवाई भी होनी चाहिए और ऐसे लोग राष्ट्र लिए खतरा नहीं। ठीक है। खड़ियाल साहब ये फंडिंग वाला सवाल ते जिहड़ा राष्ट्र लिए खतरे वाला सवाल तो लगता है कि ये सारे धर्मां दे लोग ही हो सकते हैं, निशाना कोई भी हो सकता। मिस्टर खड़ियाल, फोर्सफुल कन्वर्जन का टारगेट कोई भी हो सकता है, पूछ रहे हो? मैं पूछ रहा कि टारगेट किसी भी धर्म का बंदा हो सकता ना। बिल्कुल बिल्कुल बिल्कुल। देखिए एक स्टेट की गल ना की जाए, देश की गल की जाए, हिंदुस्तान इंडिया एक यूनियन ऑफ स्टेट्स है।
ਤੇ ਜ਼ਰੂਰੀ ਗੱਲ ਕੀ ਹੈ ਇੱਥੇ ਕੇਪੀ ਜੀ, ਤੁਸੀਂ ਜੋ ਤੁਹਾਡਾ ਬਿਆਨ ਹੈ, ਮੈਨੂੰ ਇੱਕ ਮਿੰਟ ਕਾਈਂਡਲੀ ਅਨਇੰਟਰਪਟਡ ਦਿਓ, ਜੋ ਤੁਹਾਡਾ ਬਿਆਨ ਹੈ ਨਾ ਵੀ ਪਾਰਟੀਆਂ ਜਵਾਬ ਨਹੀਂ ਦੇ ਪਾ ਰਹੀਆਂ, ਇਹ ਗਲਤ ਬਿਆਨ ਹੈ ਤੁਹਾਡਾ। ਇੱਥੇ ਪਹਿਲੀ ਗੱਲ ਤਾਂ ਤੁਸੀਂ, ਤੁਹਾਡਾ ਸਵਾਲ ਹੈ ਵੀ ਖਤਰਾ ਹੈ ਜਾਂ ਖਤਰਾ ਦੇਸ਼ ਨੂੰ ਨਹੀਂ ਹੈ। ਹੁਣ ਪਹਿਲਾਂ ਤਾਂ ਸਮਝ ਲਿਆ ਜਾਵੇ ਵੀ ਡਿਸਾਈਡ ਕੌਣ ਕਰਦਾ ਖਤਰਾ ਹੈ ਜਾਂ ਨਹੀਂ ਹੈ, ਸੁਪਰੀਮ ਕੋਰਟ ਕਰਦਾ ਹੈ। ਕਿਹਦੇ ਬੇਸਿਸ ਤੇ ਕਰਦਾ ਹੈ, ਕੀ ਉਹਦਾ ਬੇਸਿਸ ਹੁੰਦਾ ਡਿਸੀਜਨ ਦਾ? ਸੈਂਟਰ ਕੀ ਕਹਿੰਦਾ, ਜਿਹਦੇ ਕੋਲ ਰਿਪੋਰਟ ਆਉਂਦੀ ਹੈ, ਜਿਹਦੇ ਕੋਲ ਸਟੈਟਿਸਟਿਕਸ ਆਉਂਦੇ ਹੈ, ਉਹ ਸੈਂਟਰ ਨੂੰ ਜਦੋਂ ਸੁਪਰੀਮ ਕੋਰਟ ਨੇ ਕਿਹਾ ਵੀ ਕਾਊਂਟਰ ਫਾਈਲ ਕਰੋ, ਇਹਦਾ ਜਵਾਬ ਦਿਓ, ਬੀਜੇਪੀ ਨੇ ਇਹਦਾ ਜਵਾਬ ਨਹੀਂ ਦਾਇਰ ਕੀਤਾ। ਸੋ ਦੇਅਰਫੋਰ ਮੈਂ ਤਾਂ ਕੇਪੀ ਜੀ ਸੁਪਰੀਮ ਕੋਰਟ ਤੋਂ ਵੱਡਾ ਨਾ ਮੈਂ ਹੈ ਨਾ ਸਾਡੀ ਪਾਰਟੀ ਹੈ। ਤੁਸੀਂ ਜੇ ਸੋਚਦੇ ਹੋ ਵੀ ਤੁਸੀਂ ਹੈਗੇ ਹੋ ਤਾਂ ਉਹ ਤੁਹਾਡੇ ਲਈ ਠੀਕ ਹੈ ਜੀ, ਪਰ ਅਸੀਂ ਆਪਦੇ ਆਪ ਨੂੰ ਸੁਪਰੀਮ ਕੋਰਟ ਤੋਂ ਛੋਟਾ ਸਮਝਦੇ ਹਾਂ। ਸੁਪਰੀਮ ਕੋਰਟ ਦੇ ਫੈਸਲੇ ਖੜਿਆਲ ਸਾਹਿਬ ਆਪਦੇ ਆਪ ਨੂੰ ਡਿਫੈਂਡ ਕਰਨ ਲਈ ਤੁਸੀਂ ਕੁਝ ਵੀ ਕਹਿ ਸਕਦੇ ਹੋ। ਨੰਬਰ 3 ਮੈਂ ਇਹ ਵੀ ਗੱਲ ਕਹੂੰਗਾ, ਤੁਸੀਂ ਕੁਝ ਵੀ ਕਹਿ ਸਕਦੇ ਹੋ ਆਪਦੇ ਆਪ ਨੂੰ ਡਿਫੈਂਡ ਕਰਨ ਲਈ। ਖੜਿਆਲ ਸਾਹਿਬ ਜੋ ਭਾਰਤੀ ਜਨਤਾ ਪਾਰਟੀ ਹੈ, ਦੇਖੋ ਕੇਪੀ ਜੀ ਮੈਂ ਤਾਂ ਸੱਚ ਦਾ ਸਹਾਰਾ ਲੈਣਾ ਤੇ ਸੱਚ ਦਾ ਹੀ ਸਹਾਰਾ ਅੱਗੇ ਵੀ ਲਊਂਗਾ। ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਦੱਸੇ ਵੀ ਸੋਲੂਸ਼ਨ। ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਖੜਿਆਲ ਸਾਹਿਬ, ਇੱਕ ਸਵਾਲ ਦਾ ਜਵਾਬ ਦਿਓ। ਜੇ ਤੁਸੀਂ ਇਹ ਡਿਬੇਟ ਛੇੜਨਾ ਚਾਹੁੰਦੇ, ਇੱਕ ਸਵਾਲ ਦਾ ਜਵਾਬ ਦਿਓ। ਜਬਰੀ ਧਰਮ ਪਰਿਵਰਤਨ ਦੇ ਮਾਮਲੇ ਵਿੱਚ ਪੰਜਾਬ ਦੇ ਵਿੱਚ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ? ਬਾय whom? ਕਾਂਗਰਸ ਸਰਕਾਰ। ਫੋਰਸਿਬਲ ਕਨਵਰਜਨਸ ਦੇ ਲਈ ਬਿਲਕੁਲ। ਜਦੋਂ ਵੀ ਸਾਡੇ ਟਾਈਮ ਦੇ ਵਿੱਚ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵੀ ਧੱਕਾ ਹੋਇਆ ਹੈ ਤੇ ਅਸੀਂ ਮੇਕ ਸ਼ੋਰ ਕੀਤਾ ਉਹਦੇ ਖਿਲਾਫ। ਸਰ ਕੋਈ ਡਾਟਾ ਦੇ ਸਕਦੇ ਹੋ? ਨੰਬਰ 2 ਕੋਈ ਡਾਟਾ ਦੀ ਗੱਲ ਕਰ ਰਹੇ ਹੋ ਖੜਿਆਲ ਸਾਹਿਬ? ਡਾਟਾ ਦੀ ਗੱਲ ਸਰ, ਖੜਿਆਲ ਸਾਹਿਬ ਸਵਾਲ ਲਓ, ਸਵਾਲ ਲਓ ਸਰ, ਖੜਿਆਲ ਸਾਹਿਬ ਸਵਾਲ ਲਓ। ਹੁਣ ਡਾਟਾ ਦਿਓ ਨਾ ਸਰ। ਕਾਂਗਰਸ ਸਰਕਾਰ ਵਾਲੇ ਕਿੰਨੇ ਕੇਸ ਆ ਜਿਹੜੇ ਇਸ ਕੀਤੇ ਗਈ ਕਾਰਵਾਈ ਕੀਤੀ ਗਈ? ਦੇ ਰਹੇ ਦੋ ਬੋਲੋ ਪਹਿਲਾਂ ਤਾਂ ਮੈਂ ਦੇ ਰਿਹਾ, ਮੈਂ ਕਿਹਾ ਜਿੱਥੇ ਜਿਹਦੇ ਨਾਲ ਧੱਕਾ ਹੋਇਆ ਸਾਡੀ ਸਰਕਾਰ ਦੇ ਵਿੱਚ ਅਸੀਂ ਐਕਸ਼ਨ ਲਿਆ। ਤੁਸੀਂ ਸਰ ਵਾਰ-ਵਾਰ ਡਾਟਾਬੇਸ ਬੀਜੇਪੀ ਤੋਂ ਪੁੱਛੀ ਜਾਂਦੇ ਹੋ, ਤੁਹਾਡੇ ਕੋਲ ਡਾਟਾ ਪੁੱਛਿਆ ਜਵਾਬ ਹੈ ਨਹੀਂ ਤੁਹਾਡੇ ਕੋਲੇ। ਪਰ ਕੇਪੀ ਜੀ ਜੇ ਤੁਹਾਨੂੰ ਬੁਰਾ ਲੱਗਿਆ, ਈਗੋ ਹਰਟ ਹੋ ਗਈ ਵੀ ਮੈਂ ਸੁਪਰੀਮ ਕੋਰਟ ਜੋ ਮਰਜ਼ੀ ਕਹਿ ਲਓ ਖੜਿਆਲ ਸਾਹਿਬ, ਮੈਨੂੰ ਕੋਈ ਫਰਕ ਨਹੀਂ ਪੈਂਦਾ ਖੜਿਆਲ ਸਾਹਿਬ। ਮੇਰੇ ਸਵਾਲ ਦਾ ਜਵਾਬ ਦੇ ਦਿਓ ਜੇ ਹੈਗਾ ਤਾਂ। ਤੁਸੀਂ ਜਨਰਲਾਈਜ਼ ਕਰੀ ਜਾਂਦੇ ਸਾਰੀ ਚੀਜ਼ਾਂ ਨੂੰ। ਮੈਂ ਜਵਾਬ ਦੇ ਰਿਹਾ, ਤੁਸੀਂ ਮੈਨੂੰ ਦੱਸੋ ਕਿੰਨੇ ਕੇਸ ਹੈ ਇੱਥੇ, ਦੱਸੋ ਕਿੰਨੇ ਕੇਸ ਹੋਏ, ਦੱਸੋ। ਉਹ ਐਸਜੀਪੀਸੀ ਰਿਪੋਰਟ ਦੇ ਰਹੀ ਹੈ ਨਾ, ਐਸਜੀਪੀ ਰਿਪੋਰਟ ਦੇ ਰਹੀ ਹੈ, ਸਰਕਾਰ ਕਾਰਵਾਈ ਕਰਦੀ ਪਈ ਹੈ। ਤੁਹਾਨੂੰ ਸਰਕਾਰ ਦਾ ਨੁਮਾਇੰਦਾ ਨਹੀਂ ਹੈਗਾ, ਤੁਸੀਂ ਆਪਦੀ ਸਰਕਾਰ ਵੱਲ ਦੱਸੋ ਤੁਸੀਂ ਕੀ ਕੀਤਾ। ਤੁਸੀਂ ਉਹਨਾਂ ਤੋਂ ਡਾਟਾ ਪੁੱਛੀ ਜਾਂਦੇ ਵਾਰ-ਵਾਰ। ਮੂੰਹ ਜਵਾਬ ਕਿੰਨੇ ਕੇਸ ਹੈ, ਮੈਂ ਤੁਹਾਨੂੰ ਜਵਾਬ ਦੇਣਾ। ਤੁਸੀਂ ਉਹਨਾਂ ਤੋਂ ਡਾਟਾ ਪੁੱਛਣ ਵਾਰ ਆਪਦਾ ਡਾਟਾ ਦੱਸੋ ਨਾ। ਤੁਸੀਂ ਬਾਕੀਆਂ ਨੂੰ ਕਹਿੰਦੇ ਕਾਰਵਾਈ ਨਹੀਂ ਕੀਤੀ, ਕਾਰਵਾਈ ਕਰੋ। ਨਹੀਂ ਹੁੰਦਾ ਜੀ ਇੱਥੇ ਆਪਦਾ ਡਾਟਾ ਨਹੀਂ ਹੁੰਦਾ, ਸੈਂਟਰ ਕੋਲੇ ਹੋਮ ਮਿਨਿਸਟਰੀ ਕੋਲ ਡਾਟਾ ਜਾਂਦਾ ਹੈ। ਚਲੋ ਠੀਕ ਸਾਡੇ ਕੋਲ ਡਾਟਾ ਨਹੀਂ ਹੁੰਦਾ। ਸੋ ਦੇਅਰਫੋਰ ਸੈਂਟਰ ਜਦੋਂ ਪੰਜਾਬ 'ਚ ਕੇਸ ਹੈਗੇ ਜਬਰੀ ਧਰਮ ਪਰਿਵਰਤਨ ਦੇ, ਖੜਿਆਲ ਸਾਹਿਬ ਇਹ ਦੱਸ ਦਿਓ। ਅਸੀਂ ਉਹਨੂੰ ਫੋਲੋ ਕਰਾਂਗੇ। ਖੜਿਆਲ ਸਾਹਿਬ ਪੰਜਾਬ 'ਚ ਜਬਰੀ ਧਰਮ ਪਰਿਵਰਤਨ ਦੇ ਕੇਸ ਹੈਗੇ ਆ? ਵੱਡੇ ਨਹੀਂ ਹੈ ਸਰ, ਅਸੀਂ ਸੁਪਰੀਮ ਕੋਰਟ ਦੇ ਪੰਜਾਬ 'ਚ ਜਬਰੀ ਧਰਮ ਪਰਿਵਰਤਨ ਦੇ ਕੇਸ ਹੈਗੇ ਆ ਖੜਿਆਲ ਸਾਹਿਬ ਜਾਂ ਨਹੀਂ? ਫੋਲੋ ਕਰਨਾ ਹੈ। ਹਾਂਜੀ ਪੰਜਾਬ 'ਚ ਜਬਰੀ ਧਰਮ ਪਰਿਵਰਤਨ ਦੇ ਕੇਸ ਹੈਗੇ ਆ ਅੱਜ ਦੀ ਤਰੀਕ ਵਿੱਚ ਜਾਂ ਨਹੀਂ? ਦੇਖੋ ਇਹ ਤਾਂ ਆਮ ਆਦਮੀ ਪਾਰਟੀ ਦਾ ਬੁਲਾਰਾ ਆਊਗਾ, ਉਹ ਦੱਸੋ ਕਿੰਨੇ ਕੇਸ ਹੋਏ, ਕਿੰਨੇ ਕੇਸ ਨਹੀਂ ਹੋਏ। ਚਲੋ ਖਾਲਸਾ ਜੀ ਲਾਸਟ ਕਮੈਂਟ ਸਰ, ਖਾਲਸਾ ਜੀ ਲਾਸਟ ਕਮੈਂਟ, ਖਾਲਸਾ ਜੀ ਲਾਸਟ ਕਮੈਂਟ। ਠੀਕ ਹੈ ਖੜਿਆਲ ਸਾਹਿਬ, ਤੁਹਾਡਾ ਟੇਕ ਆ ਗਿਆ। ਪਲੀਜ਼ ਹੁਣ ਰੁਕ ਜਾਓ ਖੜਿਆਲ ਸਾਹਿਬ, ਰੁਕ ਜਾਓ ਨਾ। ਹੁਣ ਖਾਲਸਾ ਜੀ ਮੇਰੇ ਕੋਲ ਟਾਈਮ ਨਹੀਂ ਹੈ ਸਰ, ਕੱਲੇ ਨਾਲ ਡਿਬੇਟ ਕਰ ਲਿਓ ਜਿੰਨੀ ਮਰਜ਼ੀ, ਮੈਨੂੰ ਕੋਈ ਦਿੱਕਤ ਨਹੀਂ ਸਰ। ਖੜਿਆਲ ਸਾਹਿਬ ਟਾਈਮ ਨਾ ਵੇਸਟ ਕਰਿਓ ਪਲੀਜ਼ ਸਰ, ਕੱਲੇ ਨਾਲ ਡਿਬੇਟ ਕਰ ਲਿਓ, ਜੋ ਮਰਜ਼ੀ ਕਰ ਲਿਓ। ਖਾਲਸਾ ਜੀ ਰਿੰਦਰ ਖਾਲਸਾ ਜੀ ਇੱਕ ਮਿੰਟ ਸਰ, ਖੜਿਆਲ ਸਾਹਿਬ ਆਪਾਂ ਇਦਾਂ ਨਾ ਕਰਿਆ ਕਰੀਏ ਪਲੀਜ਼ ਸਰ। ਸੁਣ ਲਓ ਖੜਿਆਲ ਸਾਹਿਬ ਸੁਣ ਲਓ ਪਲੀਜ਼, ਆਪਾਂ ਟਾਈਮ ਨਾ ਵੇਸਟ ਕਰੀਏ ਪਲੀਜ਼, ਆਪਾਂ ਟਾਈਮ ਨਾ ਵੇਸਟ ਕਰੀਏ। ਖਾਲਸਾ ਜੀ ਰਿੰਦਰ ਖਾਲਸਾ ਇੱਕ ਮਿੰਟ ਸਰ, ਰੁਕ ਜਾਓ ਖੜਿਆਲ ਸਾਹਿਬ, ਰੁਕ ਜਾਓ ਪਲੀਜ਼। ਜਵਾਬ ਨਹੀਂ ਲਵਾਂਗੇ ਰਿੰਦਰ ਖਾਲਸਾ ਜੀ ਖਾਲਸਾ ਜੀ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਡਾਟਾ ਚਾਹੁੰਦੀਆਂ, ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਤੋਂ ਵੀ ਡਾਟਾ ਚਾਹੀਦਾ। ਇਹ ਇੱਕ ਦੂਜੇ ਤੇ ਲਾਂਛਨ ਲਾ ਰਹੇ ਆ ਸਾਰੇ ਲੋਕ ਕਿ ਧਰਮ ਪਰਿਵਰਤਨ, ਜਬਰੀ ਧਰਮ ਪਰਿਵਰਤਨ ਹੋ ਰਿਹਾ, ਪਰ ਡਾਟਾ ਦੇਣ ਨੂੰ ਕੋਈ ਵੀ ਤਿਆਰ ਨਹੀਂ ਹੈਗਾ। ਖਾਲਸਾ ਜੀ ਇਹ ਡਾਟਾ ਕੌਣ ਕਲੈਕਟ ਕਰੂਗਾ ਸਰ? ਇੱਕ ਰਿਪੋਰਟ ਮੈਂ ਜਿਹੜੀ ਪੜ੍ਹੀ ਸੀ, ਉਸ ਰਿਪੋਰਟ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਚਰਚਾਵਾਂ ਛੇੜ ਦਿੱਤੀਆਂ ਗਈਆਂ। ਖਾਲਸਾ ਜੀ ਕੋਈ ਅਥੈਂਟਿਕ ਰਿਪੋਰਟ ਹੈਗੀ ਸਾਡੇ ਕੋਲੇ? ਜਬਰੀ ਧਰਮ ਪਰਿਵਰਤਨ ਦੇ ਕਿੰਨੇ ਕੇਸ ਆ, ਕਿਹੜੇ ਸਮੁਦਾਇ ਦੇ ਬੰਦੇ ਕਿਹਦੇ ਵਿੱਚ ਸ਼ਾਮਲ ਹੋ ਗਏ, ਕਿਹੜੀ ਸਟੇਟ ਨੇ ਕਿੰਨੀ ਕਾਰਵਾਈ ਕੀਤੀ? ਖਾਲਸਾ ਜੀ ਜੇ ਤੁਹਾਡੇ ਕੋਲੇ ਕੇਪੀ ਜੀ ਸ਼ੇਅਰ ਕਰ ਦਿਓ ਸਾਡੇ ਨਾਲ। ਇੱਕ ਮਿੰਟ ਖੜਿਆਲ ਸਾਹਿਬ ਪਲੀਜ਼ ਸਰ, ਖੜਿਆਲ ਸਾਹਿਬ ਪਲੀਜ਼, ਪਲੀਜ਼ ਹਾਂ ਖਾਲਸਾ ਜੀ। ਦੇਖੋ ਕੇਪੀ ਜੀ ਇਹ ਤੇ ਕੁਦਰਤੀ ਤੌਰ ਤੇ ਸਰਕਾਰ ਦੇ ਕੋਲ ਹੀ ਡਾਟਾ ਹੋਣਾ ਚਾਹੀਦਾ ਹੈ ਜਾਂ ਜਿਹੜੀਆਂ ਪ੍ਰਮੁੱਖ ਪੋਲੀਟੀਕਲ ਪਾਰਟੀਆਂ ਉਹਨਾਂ ਕੋਲ ਹੀ ਹੋਣਾ ਚਾਹੀਦਾ, ਲੇਕਿਨ ਐਸਾ ਨਹੀਂ ਹੈ ਕਿ ਜ਼ਬਰੀ ਧਰਮ ਪਰਿਵਰਤਨ ਨਹੀਂ ਹੋਏ। ਜਿਹੜੇ ਈਸਾਈ ਮਤ ਦੇ ਵਿੱਚ ਗਏ ਨੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਕਿਹਾ ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ ਜੀ, ਪਰ ਐਸੇ ਕੇਸ ਵੀ ਬਹੁਤ ਸਾਰੇ ਨੇ
ਅਗਰ ਤੁਸੀਂ ਚਾਹੋ ਤਾਂ ਮੈਂ ਉਹਨਾਂ ਦਾ ਡਾਟਾ ਕਲੈਕਟ ਕਰਕੇ ਤੁਹਾਨੂੰ ਦੇ ਸਕਦਾ ਹਾਂ, ਜੀ। ਜਿਹਦੇ ਵਿੱਚ ਉਹਨਾਂ ਕਿਹਾ ਕਿ ਸਾਨੂੰ ਜ਼ਬਰਦਸਤੀ ਕੀਤਾ ਗਿਆ ਹੈ, ਸਾਨੂੰ ਬੇਵਕੂਫ ਬਣਾ ਕੇ ਕੀਤਾ ਗਿਆ ਹੈ, ਸਾਨੂੰ ਪੈਸੇ ਦੇ ਲਾਲਚ ਵਿੱਚ ਕੀਤਾ ਗਿਆ ਹੈ। ਇਹ ਜ਼ਬਰੀ ਕਨਵਰਸ਼ਨਸ ਵੀ ਹੋਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੇਕਿਨ ਇਹਦੇ ਵਿੱਚ ਆਇਡੈਂਟੀਫਾਈ ਕਰਨਾ ਕਿ ਜੇ ਸਾਰੀਆਂ ਕਹਿ ਦਈਏ ਵੀ ਜ਼ਬਰੀ ਨੇ, ਉਹ ਵੀ ਨਹੀਂ, ਤੇ ਸਾਰੀਆਂ ਕਹਿ ਦਈਏ ਵੀ ਆਪਣੀ ਮਰਜ਼ੀ ਨਾਲ ਹੋਈਆਂ, ਉਹ ਵੀ ਨਹੀਂ। ਇਹ ਕੰਮ ਸਰਕਾਰ ਦਾ ਸੀ ਕਿ ਸਰਕਾਰ ਆਇਡੈਂਟੀਫਾਈ ਕਰਦੀ ਜਿਹੜੇ ਕੇਸ ਉਹਨਾਂ ਦੀ ਨਜ਼ਰ ਦੇ ਵਿੱਚ ਆਉਂਦੇ, ਜਿਨ੍ਹਾਂ ਨੇ ਆਪ ਬਿਆਨ ਦਿੱਤੇ ਨੇ ਕਿ ਸਾਨੂੰ ਜ਼ਬਰਦਸਤੀ ਕੀਤਾ ਗਿਆ, ਘੱਟੋ ਘੱਟ ਉਹਨਾਂ ਨੂੰ ਆਧਾਰ ਬਣਾ ਕੇ ਤੇ ਕੋਈ ਕੇਸ ਕੀਤੇ ਜਾ ਸਕਦੇ ਸਨ। ਕਾਨੂੰਨ ਤੇ ਆਲਰੇਡੀ ਹੈ ਨਾ ਜੀ, ਕੋਈ ਨਵੇਂ ਕਾਨੂੰਨ ਦੀ ਲੋੜ ਨਹੀਂ ਹੈ। ਜਿਨ੍ਹਾਂ ਨੇ ਆਪ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਸਾਨੂੰ ਬੇਵਕੂਫ ਬਣਾਇਆ ਗਿਆ, ਸਾਨੂੰ ਜ਼ਬਰਦਸਤੀ ਕਰਾਇਆ ਗਿਆ, ਉਹਨਾਂ ਦੇ ਖਿਲਾਫ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਵੀ ਕਿਹਨਾਂ ਨੇ ਕਰਾਇਆ, ਲੇਕਿਨ ਉਹ ਵੀ ਕੋਈ ਐਸਾ ਨੋਟਿਸ ਦੇ ਵਿੱਚ ਨਹੀਂ ਆਇਆ ਕਿ ਸਰਕਾਰ ਨੇ ਕੋਈ ਐਕਸ਼ਨ ਲਿਆ ਹੋਵੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਸਰਕਾਰ ਦਾ ਵੀ ਪੂਰਾ ਫੇਲਰ ਹੈ। ਚਲੋ ਠੀਕ ਹੈ ਖਾਲਸਾ ਜੀ, ਮੇਰੇ ਕੋਲ ਵਕਤ ਜਿਹੜੀ ਨਹੀਂ ਗੱਲ ਹੋ ਰਹੀ ਸੀ ਨਾ ਜੀ, ਹਾਂ ਬੀ ਟੀਮ ਵਾਲੀ, ਬੋਲੋ ਫਟਾਫਟ ਬੋਲੋ। ਆਮ ਆਦਮੀ ਪਾਰਟੀ ਨੂੰ ਕਹਿ ਰਹੇ ਸੀ ਵੀ ਕਾਂਗਰਸ ਦੀ ਬੀ ਟੀਮ ਹੈ। ਹਾਂ ਸਾਨੂੰ ਤੇ ਹੁਣ ਜਿਹੜੀਆਂ ਉਹ ਗੱਲਾਂ ਕਰਨ ਲੱਗ ਪਏ ਨੇ ਉਹਨਾਂ ਤੋਂ ਇੰਜ ਲੱਗਣ ਲੱਗ ਪਿਆ ਜਿਵੇਂ ਉਹ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੈ। ਚਲੋ ਬਹੁਤ ਬਹੁਤ ਧੰਨਵਾਦ ਖਾਲਸਾ ਜੀ, ਆਪਣਾ ਵਕਤ ਇਜਾਜ਼ਤ ਨਹੀਂ ਦੇ ਰਿਹਾ। ਮੈਂ ਪਹਿਲੇ 2 ਮਿੰਟ ਵੱਧ ਲੈ ਗਿਆ, ਪਹਿਲੇ 2 ਮਿੰਟ ਵੱਧ ਲੈ ਗਿਆ ਮੈਂ। ਨਾਰਾ ਸਾਹਿਬ ਰੁਕ ਜਾਓ, ਹੁਣ ਆਪਾਂ ਇਹ ਡਿਬੇਟ ਬਹੁਤ ਲੰਬੀ ਚੱਲ ਜਾਣੀ ਹੈ, ਫਿਰ ਡਾਟਾ ਮੰਗਣ ਆਪਣੇ ਖੜਿਆਲ ਸਾਹਿਬ ਤੁਹਾਡਾ ਧੰਨਵਾਦ, ਪਰਮਵੀਰ ਜੀ ਤੁਹਾਡਾ ਧੰਨਵਾਦ। ਸਰਕਾਰਾਂ ਦਾ ਕੰਮ ਹੈ, ਪੋਲੀਟੀਕਲ ਪਾਰਟੀਆਂ ਦਾ ਕੰਮ ਹੈ ਡਾਟਾ ਦੇਣਾ, ਡਾਟਾ ਲਿਆਓ, ਅਸੀਂ ਡਿਬੇਟ ਫਿਰ ਛੇੜ ਦਾਂਗੇ। ਬਹੁਤ ਧੰਨਵਾਦ ਸਾਰਿਆਂ ਦਾ। ਧਰਮ ਪਰਿਵਰਤਨ ਤੇ ਇਸ ਪੂਰੇ ਮਾਮਲੇ ਦੇ ਵਿੱਚ ਕਾਨੂੰਨ ਦੀ ਲੋੜ ਕਿੰਨੀ ਹੈਗੀ ਹੈ ਤੇ ਇਹਦੇ ਪਿੱਛੇ ਏਜੰਡਾ ਕੀ ਹੈਗਾ, ਇਹ ਸਾਰੇ ਨੂੰ ਅੱਖਾਂ ਖੋਲ ਕੇ ਕੰਨ ਖੋਲ ਕੇ ਸਮਝਣ ਦੀ ਸੋਚਣ ਦੀ ਜ਼ਰੂਰਤ ਹੈਗੀ ਹੈ ਤੇ ਉਸ ਤੋਂ ਬਾਅਦ ਵਿਚਾਰ ਦੀ ਸੰਵਾਦ ਦੀ ਜ਼ਰੂਰਤ ਹੈਗੀ ਹੈ। ਜਿਹੜੀਆਂ ਬਹਿਸਾਂ ਵੱਧਦੀਆਂ ਪਈਆਂ, ਖਾਲਸਾ ਜੀ ਕਹਿੰਦੇ ਆ ਸੰਵਾਦ ਹੋਣਾ ਚਾਹੀਦਾ, ਤੇ ਉਸ ਸੰਵਾਦ ਦੇ ਵਿਚਾਲੇ ਇਹ ਬਹਿਸਾਂ ਇੰਨੀਆਂ ਤੱਤੀਆਂ ਹੋ ਰਹੀਆਂ ਕਿ ਧਰਮ ਪਰਿਵਰਤਨ ਦੇ ਮੁੱਦੇ ਦੇ ਵਿਚਾਲੇ ਬਾਕੀ ਮੁੱਦੇ ਆ ਉਹ ਹੇਠਾਂ ਦੱਬੇ ਜਾ ਰਹੇ। ਬਹੁਤ ਧੰਨਵਾਦ।